लो जी हुण ਆਪਾਂ ਕੱਲ ਵਾਲੇ ਟੌਪਿਕ ਤੋਂ ਅੱਗੇ ਕੰਟੀਨਿਊ ਕਰਦੇ ਹਾਂ। ਜਦੋਂ ਅਸੀਂ ਅਰਥਮੈਟਿਕ ਰੀਜ਼ਨਿੰਗ ਪੜ੍ਹੀ ਤਾਂ ਅਸੀਂ ਇੱਥੋਂ ਸ਼ੁਰੂ ਕੀਤਾ ਸੀ। ਪਹਿਲਾ ਸਵਾਲ ਸੀ ਸਾਡਾ ਕਿ ਚਰਵਾਹੇ ਕੋਲ 17 ਭੇਡਾਂ ਸਨ, ਕੰਪਲੀਟ ਸੀ ਇਹ। ਇਸ ਤੋਂ ਅਗਲਾ ਸਵਾਲ ਸੀ ਇੱਕ ਨਿਸ਼ਾਨੇਬਾਜ਼ ਨੂੰ ਪੁੱਛਿਆ ਗਿਆ ਕਿ ਉਹਦੇ ਬੈਗ ਵਿੱਚ ਕਿੰਨੇ ਪੰਛੀ ਹਨ, ਇਹ ਵੀ ਕੰਪਲੀਟ ਸੀ। ਤੀਸਰਾ ਬੱਤਖਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿੰਨੀ ਹੈ, ਜੋ ਕਰ ਲਿਆ। ਉਸ ਤੋਂ ਬਾਅਦ ਅਗਲਾ ਸਵਾਲ ਸੀਗਾ ਸਾਡੇ ਕੋਲ ਕਿ ਇੱਕ ਕਲੱਬ ਦੇ 30 ਮੈਂਬਰਾਂ ਨੇ ਬੈਡਮਿੰਟਨ ਸਿੰਗਲਸ ਟੂਰਨਾਮੈਂਟ ਖੇਡਣ ਦਾ ਇਹ ਵੀ ਹੋ ਗਿਆ। ਨੈਕਸਟ ਸੀਗਾ ਇੱਕ ਆਦਮੀ ਕੋਲ ਦੋ ਰੰਗ ਦੀਆਂ ਜਰਾਬਾਂ ਪਾਉਂਦਾ ਹੈ, ਕਾਲੀਆਂ ਤੇ ਭੂਰੀਆਂ, ਇਹ ਵੀ ਹੋ ਗਿਆ। ਨੈਕਸਟ ਟੈਲੀਫੋਨ ਦਾ ਡਾਇਲ, ਇਹ ਵੀ ਹੋ ਗਿਆ ਸੀ ਆਪਣਾ। 1200 ਲੋਕਾਂ ਦਾ ਇੱਕ ਸਮੂਹ ਜਿਸ ਵਿੱਚ ਕਪਤਾਨ ਤੇ ਸੈਨਿਕ ਸ਼ਾਮਲ ਹਨ, ਇੱਕ ਰੇਲ, ਹੋ ਗਿਆ। ਨੈਕਸਟ ਅਰੁਣਾ ਨੇ ਕੇਕ ਨੂੰ 2 ਹਿੱਸਿਆਂ 'ਚ ਕੱਟਿਆ, ਇਹ ਵੀ ਹੋ ਗਿਆ। ਨੈਕਸਟ ਅੱਗੇ ਸੀ ਕੇਲਿਆਂ ਦੇ ਇੱਕ ਝੁੰਡ ਵਿੱਚ ਦੂਜੇ ਝੁੰਡ ਨਾਲੋਂ 1/4 ਕੇਲੇ ਜ਼ਿਆਦਾ ਹਨ, ਠੀਕ ਆ, ਹੋ ਗਿਆ। ਕਾਨਫਰੰਸ ਦੇ ਅੰਤ ਵਿੱਚ ਮੌਜੂਦ 10 ਲੋਕ ਇੱਕ ਦੂਜੇ ਨਾਲ ਇੱਕ ਵਾਰ, ਹਨਾ। ਨੈਕਸਟ 60 ਵਿਦਿਆਰਥੀਆਂ ਦੀ ਇੱਕ ਜਮਾਤ ਵਿੱਚ, ਇੱਥੋਂ ਸ਼ੁਰੂ ਕਰਨਾ ਸੀ ਆਪਾਂ, ਹਨਾ। ਹਾਂ, ਆਹ ਚੈਪਟਰ ਸੀਗਾ, ਸਵਾਲ ਸੀਗਾ। ਕੱਲ ਵਾਲੇ ਲੈਕਚਰ ਤੋਂ ਹੀ ਅਸੀਂ ਅੱਗੇ ਕੰਟੀਨਿਊ ਕਰ ਰਹੇ ਹਾਂ, ਠੀਕ ਆ। ਇਸ ਜੇ ਆਪਾਂ ਵੀਡੀਓ YouTube ਤੇ ਦੇਖ ਰਹੇ ਹੋਵਾਂਗੇ ਤਾਂ ਇਹਦੀ ਡਿਸਕ੍ਰਿਪਸ਼ਨ 'ਚ ਇਸ PDF ਨੂੰ ਡਾਊਨਲੋਡ ਕਰ ਲਿਓ ਜਾ ਕੇ, ਤਾਂ ਕਿ ਸਵਾਲ ਜਿਹੜੇ ਆ ਕੱਢਣੇ ਆਸਾਨ ਹੋ ਜਾਣ ਤੁਹਾਡੇ ਵਾਸਤੇ। ਸੋ ਲੈਟਸ ਸਟਾਰਟ। ਦੇਖੋ ਹੈ ਕੀ ਆ, ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਵਾਲ ਕੀ ਆ ਆਪਣੇ ਕੋਲੇ। ਤਾਂ ਇਹਦੇ ਬਾਰੇ ਆਪਾਂ ਕਾਫੀ ਕੁਝ ਤਾਂ ਕੱਲ ਕਲੀਅਰ ਕਰ ਹੀ ਲਿਆ ਸੀਗਾ ਕਿ ਇਸ ਤਰੀਕੇ ਦਾ ਜੇ ਸਵਾਲ ਪੇਪਰ 'ਚ ਆ ਵੀ ਜਾਵੇ ਤਾਂ ਅਸੀਂ ਕਿਵੇਂ ਹੱਲ ਕਰਨਾ ਹੈ, ਠੀਕ ਆ। ਤਾਂ ਬਿਨਾਂ ਸਮਾਂ ਖਰਾਬ ਕਰੇ ਆਪਾਂ ਹੁਣ ਚੱਲਦੇ ਹਾਂ ਸਵਾਲ ਤੇ, ਪੜ੍ਹਦੇ ਆਪਾਂ ਸਵਾਲ। ਆ ਜਾਓ ਜੀ। ਕਹਿੰਦਾ ਇੰਗਲਿਸ਼ ਵਾਲੇ ਇੰਗਲਿਸ਼ 'ਚ ਪੜ੍ਹ ਸਕਦੇ ਆ, ਪੰਜਾਬੀ ਵਾਲੇ ਪੰਜਾਬੀ 'ਚ ਦੇਖ ਲੈਣ ਇਹਨੂੰ। ਕਿ 60 ਜਾਣਿਆਂ ਦੀ ਕਲਾਸ ਆਪਣੇ ਕੋਲ, ਉਹਦੇ 'ਚ ਮੁੰਡੇ ਤੇ ਕੁੜੀਆਂ ਜਿਹੜੀਆਂ ਕਿਸੇ ਖੇਡ 'ਚ ਹਿੱਸਾ ਲੈ ਰਹੀਆਂ ਉਹਨਾਂ ਦਾ ਅਨੁਪਾਤ 3:2 ਆ, ਠੀਕ ਆ। ਇਹਦਾ ਮਤਲਬ ਆਪਾਂ ਨੂੰ ਇਹ ਗੱਲ ਕਲੀਅਰ ਆ ਕਿ ਜਿਹੜੇ ਆ ਗੇਮ 'ਚ ਪਾਰਟ ਕਰ ਰਹੇ ਆ, ਜਿਹੜੀਆਂ ਕੁੜੀਆਂ ਤੇ ਮੁੰਡੇ ਤੇ ਕੁੜੀਆਂ, ਮੁੰਡੇ ਜੇ 3x ਨੇ ਤੇ ਕੁੜੀਆਂ ਕਿੰਨੀਆਂ ਹਿੱਸਾ ਲੈ ਰਹੀਆਂ, 2x। ਇਹ ਉਹ ਨੇ ਜਿਹੜੇ ਪਾਰਟਿਸਿਪੇਟ ਕਰ ਰਹੇ ਆ, ਮਤਲਬ ਹਿੱਸਾ ਲੈ ਰਹੇ ਆ। ਜਿਹੜੇ ਖੇਡਾਂ 'ਚ ਹਿੱਸਾ ਲੈ ਰਹੇ ਉਹ 3x ਤੇ 2x ਆ। ਲੈਕਚਰ ਕੱਲ ਵਾਲੇ ਤੋਂ ਅੱਗੇ ਕੰਟੀਨਿਊ ਕਰੋਗੇ ਤੇ x ਦਾ ਮਤਲਬ ਸਮਝ ਆਊਗਾ, 3x ਤੇ 2x। ਅੱਗੇ ਕੀ ਆ, ਨੰਬਰ ਨਾਟ ਪਾਰਟਿਸਿਪੇਟਿੰਗ, ਜਿਹੜੇ ਨਹੀਂ ਖੇਡ ਰਹੇ, ਜਿਹੜੇ ਖੇਡਾਂ 'ਚ ਹਿੱਸਾ ਨਹੀਂ ਲੈ ਰਹੇ, ਉਹ ਕੀ ਨੇ, ਨਾ ਲੈਣ ਵਾਲੇ ਲੜਕਿਆਂ ਦੀ ਗਿਣਤੀ, ਭਾਗ ਨਾ ਲੈਣ ਵਾਲੇ ਲੜਕਿਆਂ ਦੀ ਗਿਣਤੀ ਨਾਲੋਂ 5 ਵੱਧ ਹੈ। ਕੁੜੀਆਂ ਦੀ ਗਿਣਤੀ, ਜਿਹੜੀਆਂ ਕੁੜੀਆਂ ਨਾ ਭਾਗ ਲੈਣ ਵਾਲੀਆਂ, ਜਿਹੜੀਆਂ ਪਾਰਟਿਸਿਪੇਟ ਨਹੀਂ ਕਰ ਰਹੀਆਂ, ਉਹਨਾਂ ਦੀ ਗਿਣਤੀ ਮੁੰਡਿਆਂ ਤੋਂ 5 ਵੱਧ ਹੈ, ਠੀਕ ਹੈ। ਇਹ ਗੱਲ ਕਲੀਅਰ ਹੈ। ਜੇਕਰ ਭਾਗ ਲੈਣ ਵਾਲੇ ਲੜਕਿਆਂ ਦੀ ਗਿਣਤੀ 15 ਹੈ, ਕੌਣ, ਜਿਹੜੇ ਮੁੰਡੇ ਭਾਗ ਲੈ ਰਹੇ ਆ ਗੇਮ 'ਚ। ਹੁਣ ਦੇਖੋ, ਹੁਣ ਇਸ ਸਵਾਲ ਨੂੰ ਮੈਂ ਕਿਤੇ ਅੱਡ ਜਗ੍ਹਾ ਤੇ ਸੋਲਵ ਕਰਕੇ ਦਿਖਾਉਣਾ ਤੁਹਾਨੂੰ ਕਿ ਇਹਨੂੰ ਆਪਾਂ ਕਿਵੇਂ ਹੱਲ ਕਰਾਂਗੇ। ਇੱਕ ਖੇਡ, 2 ਤਰੀਕੇ ਦੇ ਬੱਚੇ ਆ, ਇੱਕ ਜਿਹੜੇ ਹਿੱਸਾ ਲੈ ਰਹੇ ਆ ਜਾਣੀ ਕਿ ਪਾਰਟਿਸਿਪੇਟ ਕਰ ਰਹੇ ਆ, ਇੱਕ ਜਿਹੜੇ ਨਹੀਂ ਲੈ ਰਹੇ ਹਿੱਸਾ, ਉਹਨਾਂ ਨੂੰ ਕਵਾਂਗੇ ਨੌਨ ਪਾਰਟਿਸਿਪੇਟਿੰਗ, ਠੀਕ ਆ। ਜਿਹੜੇ ਹਿੱਸਾ ਨਹੀਂ ਲੈ ਰਹੇ ਉਹੀ ਆ, ਇੱਕ ਉਹ ਆ ਜੋ ਹਿੱਸਾ ਲੈ ਰਹੇ ਆ, ਇੱਕ ਉਹ ਆ ਜੋ ਖੇਡ 'ਚ ਹਿੱਸਾ ਨਹੀਂ ਲੈ ਰਹੇ। ਜਿਹੜੇ ਹਿੱਸਾ ਲੈ ਰਹੇ ਆ ਉਹ ਮੁੰਡੇ ਤੇ ਕੁੜੀਆਂ 3x ਤੇ 2x ਨੇ। ਮੁੰਡੇ ਆ 3x ਤੇ ਕੁੜੀਆਂ ਕਿੰਨੀਆਂ, 2x, ਆਹੀ ਆ। ਜੇ ਆਪਾਂ ਜਿਹੜੇ ਹਿੱਸਾ ਨਹੀਂ ਲੈ ਰਹੇ, ਕੁੱਲ ਜਾਣੇ ਕਿੰਨੇ ਆ ਕਲਾਸ 'ਚ, 60, ਕੁੱਲ ਜਾਣੇ ਕਿੰਨੇ ਆ, 60। ਤੇ ਜਿਹੜੇ ਹਿੱਸਾ ਨਹੀਂ ਲੈ ਰਹੇ, ਇਸ ਪਾਸੇ ਵਾਲੀਆਂ, ਇਸ ਪਾਸੇ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਤੋਂ 5 ਵੱਧ ਨੇ ਕਿ ਘੱਟ ਨੇ, ਵੱਧ। ਕੁੜੀਆਂ ਮੁੰਡਿਆਂ ਤੋਂ 5 ਵੱਧ ਆ, ਮਤਲਬ ਮੁੰਡਿਆਂ 'ਚ 5 ਜੋੜ ਦੋ ਤੇ ਕੁੜੀਆਂ ਦੇ ਬਰਾਬਰ ਆ ਜਾਊਗੀ। ਪਰ ਇਹ ਸਟੋਰੀ ਕਿਹੜੇ ਪਾਸੇ ਆ, ਜਿਹੜੇ ਹਿੱਸਾ ਨਹੀਂ ਲੈ ਰਹੇ। ਆ ਗੱਲ ਸਮਝ ਆ ਗਈ, ਕਲੀਅਰ ਹੈ ਗੱਲ। ਇੱਥੋਂ ਤੱਕ ਕਿਸੇ ਨੂੰ ਕੋਈ ਡਾਊਟ? ਇਹ ਨਾ ਹਿੱਸਾ ਲੈਣ ਵਾਲੇ ਆ, ਇਹ ਹਿੱਸਾ ਲੈਣ ਵਾਲੇ ਆ। ਇਸ ਸਵਾਲ 'ਚ ਇੱਕ ਗੱਲ ਪਤਾ ਕੀ ਲਿਖੀ ਆ, ਲਾਸਟ ਲਾਈਨ ਨੇ ਆ ਕੇ ਸਾਰਾ ਸਵਾਲ ਹੀ ਖਤਮ ਕਰਤਾ ਤੇ ਸਾਰੇ ਸਵਾਲ ਨੂੰ ਮੈਂ ਕਹਿ ਸਕਦਾ ਪੰਜਾਬੀ 'ਚ ਕਿ 0 ਕਰਤਾ। ਕਿਵੇਂ 0 ਕਰਤਾ ਸਮਝੋ। ਕਹਿੰਦਾ ਜੇਕਰ ਖੇਡ 'ਚ ਭਾਗ ਲੈਣ ਵਾਲੇ ਲੜਕਿਆਂ ਦੀ ਗਿਣਤੀ 15 ਹੈ, ਕਿੰਨਾ ਦੀ ਗਿਣਤੀ 15 ਹੈ, ਜਿਹੜੇ ਖੇਡ 'ਚ ਭਾਗ ਲੈ ਰਹੇ ਆ, ਜਿਹੜੇ ਬੱਚੇ ਖੇਡ 'ਚ ਭਾਗ ਲੈ ਰਹੇ ਆ ਉਹਨਾਂ ਦੀ ਗਿਣਤੀ 15 ਹੈ। ਮਤਲਬ ਹਿੱਸਾ ਲੈਣ ਵਾਲੇ ਮੁੰਡੇ, ਜਿਹੜੇ ਕਿ ਅਸੀਂ 3x ਲਿਖੀ ਬੈਠੇ ਆ, ਉਹਨਾਂ ਦੀ ਗਿਣਤੀ 15 ਦਿੱਤੀ ਹੋਈ ਹੈ, ਤੁਹਾਡੇ ਹਿਸਾਬ ਨਾਲ ਦਿੱਤੀ ਹੈ ਨਾ। ਹਿੱਸਾ ਲੈਣ ਵਾਲੇ ਮੁੰਡੇ 3x, ਹਿੱਸਾ ਲੈਣ ਵਾਲੀਆਂ ਕੁੜੀਆਂ 2x, ਨਾ ਹਿੱਸਾ ਲੈਣ ਵਾਲੀਆਂ ਕੁੜੀਆਂ ਬਰਾਬਰ ਹੈ ਮੁੰਡਿਆਂ ਤੋਂ 5 ਵੱਧ,
समझ सारी स्टोरी क्लीयर। तो लास्ट लाइन च लिख दिंदा कि हिस्सा लैण वाले मुंडे 15, तो मैं क्या सी हिस्सा लैण वाले 3x आ ते वो 2x, इत्थों कड्ढिया x कितना आ गया 5। जे x 5 आ गया तो मुंडियां दी वैल्यू कितनी आ गई 15, तो कुड़ियां दी वैल्यू कितनी आ गई 2 गुणा 5 कितना हुंदा 10, कितना आ गया 15 ते 10। इट मीनस हिस्सा लैण वाले कुल बच्चे किन्ने हो गए 25, 15 ते 10 25। हिस्सा ना लैण वाले किन्ने हो गए, वो किन्ने हो गए 35। सोचने की लोड़ तो नहीं, हिस्सा ना लैण वाले किन्ने आ 35। सोच के दसो 35 बच्चे आ ना हिस्सा लैण वाले, ते कुड़ियां मुंडियां तो 5 वध आ। हिस्सा ना लैण वाले 35 आ ते कुड़ियां मुंडियां तो 5 वध आ। बुझो कुड़ियां किन्नियां ते मुंडे किन्ने, दसो कुड़ियां किन्नियां ते मुंडे किन्ने। कुड़ियां मुंडियां तो 5 वध होण ते कुल बच्चे 35 आ। बड़ा सौखा है, इधर 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 ही रह गया हुण। कुड़ियां मुंडियां तो 5 वध आ ते दोवें कुल मिला के 35 आ। वैसे तो देख ही पता लग गया कि कुड़ियां 20 आ ते मुंडे किन्ने आ 15। दसन की लोड़ आ। वैसे तुसीं कहोगे यार ये की गल बनी, ये तो आम ही सानू पता है। मान लो कुड़ियां नूं तुसीं मान लिया x ते मुंडियां नूं की मान लिया तुसीं y। पहली गल कुड़ियां ते मुंडे ये आ ना खेडण वाले, कुड़ियां ते मुंडे ना खेडण वाले, इन्हां दी कुल गिणती कितनी आ 35। ते कुड़ियां मुंडियां तो किन्नियां वध आ 5। कुड़ियां माइनस मुंडे, कुड़ियां माइनस मुंडे किन्ने आ 5। जिन्होंने बेसिक मैथ दी वीडियो डिस्क्रिप्शन जाके लाइया है वो इत्थों आराम नाल हल कर सकते हैं कि x आ गया 20 ते y कितना आ गया 15। मैं तो ये दसिया तुसीं इस सवाल के 2 हिस्से किते, इस सवाल के 2 हिस्से किवें कर ले। इस सवाल का एक हिस्सा सीगा उन्हां दा जिन्हां ने हिस्सा लिया है ते एक हिस्सा उहदा सी जिन्हां ने हिस्सा नहीं लिया। पहला तुसीं सवाल का वो हिस्सा सॉल्व किया, वो वाला पार्ट सॉल्व किया उन्हां बच्चों वाला जिन्हां ने हिस्सा लिया। उत्थों पता लग गया कि हिस्सा लैण वाले बच्चे किन्ने आ 25। कुल बच्चे 60 आ, हिस्सा लैण वाले 25 आ ते ना हिस्सा लैण वाले किन्ने होए फिर भला 35। 35 बच्चे खेड च हिस्सा नहीं लैण गए। समझ आ गई गल। कहंदे जी 35 च कुछ मुंडे आ ते कुछ कुड़ियां है, दसो किन्नियां कुड़ियां ते किन्ने मुंडे होणगे। कुड़ियां मुंडियां तो 5 वध आ, कुड़ियां मुंडियां तो 5 वध आ। ये तो अपने माँ प्यो नूं पुछ लो, वो भी गिण के दस देणगे कि जे कुल 35 आ ते कुड़ियां मुंडियां तो 5 वध आ, ਇਹਦਾ मतलब कुड़ियां 20 आ ते मुंडे 15 है, वो तां ही 5 वध आ। नहीं तो तुहानूं मैं दस ही दिता कि x + y कुड़ियां प्लस मुंडे 35, कुड़ियां माइनस मुंडे 5 कि कुड़ियां मुंडियां तो 5 वध आ। दोवां इक्वेशनां नूं सॉल्व करके अड्ड आंसर कढ लिया। ठीक है, पहला एक हिस्सा सॉल्व किया फिर दूजा हिस्सा। हुण तुसीं पेपर दे ते सवाल की जरूरत नूं देखो कि सवाल तुहानूं की कह रहा सी। जिवें सवाल कह रहा सी आपां उवें चलांगे। कहंदा दसो जमात विच किन्नियां कुड़ियां हन। पुछया कि उन्होंने ये नहीं पूछा हिस्सा लैण वालियां कुड़ियां, उन्होंने ये नहीं पूछा हिस्सा लैण वाले मुंडे, उन्होंने सीधा पूछ लिया क्लास च किन्नियां कुड़ियां है। दसो इधरों कुड़ियां किन्नियां निकल के आईयां जिन्होंने हिस्सा लिया सीगा 10। इधरों कुड़ियां किन्नियां निकल के आईयां जिन्होंने हिस्सा नहीं लिया 20। तो दसो कि क्लास च कुल किन्नियां कुड़ियां होईयां 30। जे पुछदे ना हिस्सा लैण वालियां कुड़ियां किन्नियां तां किन्नियां 20। ना हिस्सा लैण वाले मुंडे किन्ने आ तां किन्ने आ 15। कुल मुंडे क्लास च किन्ने आ 15 जमा 15 30। आ गल समझ आ गई। जो मर्जी पुछ लैण तुहानूं सवाल, हुण तुसीं ये नहीं कह सकते कि तुहानूं सवाल नहीं समझ आया। ठीक है, क्लीयर है गल। तुसीं जदों भी नोट करने की लोड़ नहीं, बाई चांस जे करना भी पिया ठीक है तो तुसीं मतलब कि बाद च तुसीं इस सवाल नूं तुसीं आराम नाल बाद जदों मर्जी नोट कर सकते हो। ठीक है, स्क्रीन घरे जाके भी सॉल्व करोगी। ठीक है, तो तुसीं घरे जाके चैक कर लो, जे किसी नूं कोई डाउट होगा तो वो इस सवाल नूं दोबारा कढ के देख ले। ठीक है, नैक्सट अगे चलते हैं जी आपां अगले सवाल ते चलीए। आपां अगे आ जाओ। हाँ जी, सवाल पढ़ो की आ। कहता एक क्लास विच 18 मुंडे 160 सेंटीमीटर तो वड्डे हन। 160 सेंटीमीटर तो वड्डे हन। ठीक है, 18 मुंडे हन जो 160 सेंटीमीटर तो वध हन। जेकर वो कुल मुंडियां दा 3/4 हन। किन्ना है? जेकर वो उच्चे मुंडे जिहड़े 160 सेंटी किन्ने 180 160 तो जेकर वो उच्चे मुंडे कुल मुंडियां दा 3/4 हन ते मुंडे कुल क्लास दा 2/3 हन। मुंडे क्लास दा 2/3 हन तो दसो क्लास च किन्नियां कुड़ियां हन। सवाल समझ आ गया? तो दसो क्लास विच किन्नियां कुड़ियां हन। 1 मिनट दिता, लाओ दिमाग, नहीं तो आपां करदे हां। हुण क्लास दे विच
सुनो मेरी गल, आ जाओ हुण देखो समझ के चलियो। ठीक है, होगा तो मैं तुहानूं PDF शेयर कर ही दूंगा। ठीक है, नैक्सट अगे आ जाओ, ध्यान नाल समझियो हुण, बहुत इंपॉर्टेंट है। दो तरीके दे ही क्लास च मुंडे आ, पहला मुंडियां दा हिसाब रखीए आपां। ठीक है, क्लास च दो प्रकार के मुंडे आ, एक वो ने जिहड़े 160 सेंटीमीटर तो वड्डे आ, एक वो ने जिहड़े 160 सेंटीमीटर तो किन्ने आ छोटे आ। समझा की गल? 160 सेंटीमीटर तो उपर मुंडे किन्ने आ 3/4, किन्ने आ 3/, दसन की लोड़ तो नहीं कि उन्होंने एक 3/4 ने। तो एक गल होर, जे मैनू कोई कहे कि 3/4 किन्ने % हुंदा है, ये कल वाली क्लास लाए तो पता लगता है कि भिन्न नूं जानी कि फ्रैक्शन नूं प्रतिशत जानी कि परसेंटेज भी बदलिया जा सकता है। 75% मुंडे वो ने जिहड़े इधर ने, तो दूजे पासे किन्ने % होणगे 25, और दूजे पासे किन्ने % होणगे 25। जे 4 चों 3 मुंडे इधर आ तो 4 चों 1 मुंडा इधर भी होगा, 1/4 ही उधर होणगे। भिन्न का मतलब ये हुंदा कि ये 4 चों 3 इधर आ तो 4 चों 1 उधर आ। दूजे पासे जे एक पासे 75% आ, दूजे पासे 25 है तो 25 मतलब 1/4, कहानी उत्थे ही है। कहता एक पासे मुंडे 3/4 ने, एक पासे मुंडे 1/4 ने। जेकर कुल मुंडे X हन, जेकर कुल मुंडे किन्ने आ X हन, तो X दा 3/4, कुल बच्चों का 3/4 इधर आ ते कुल दा 1/4 इधर आ। मैथ नूं जिवें बोलदे हो जे उवें लिखण लग पे ना, इंग्लिश च यह कह सकते हैं 3/4 ऑफ X, 1/4 ऑफ X। X 3/4, X दा 3/4, X दा ऑफ इक्को ही गल हुंदी है, ऑफ तो होवे चाहे दा होवे, मतलब मल्टीप्लाई हुंदा है। X गुणा 3/4 ये हुंदा 3x/4। जे कुल मुंडे X आ तो वह 3/4 एवें लिखीदा है, जे कुल मुंडे X आ तो वह 1/4 एवें लिखीदा, 1 गुणा x/4। ये वो बुट्टे आ जिहड़े 160 तो उपर आ, ये वो मुंडे आ जिहड़े 160 तो की आ नीवें आ। तो इस सवाल च एक बड़ी खास ते सोहनी गल लिखी है, उन्होंने एक हिस्सा सवाल का दे रखिया, सारी सवाल ही तोड़ता। कहता जेकर एक क्लास विच 18 मुंडे हन, किन्ने मुंडे आ 18 मुंडे आ जो 160 तो की आ भला लंबे हन। ਇਹਦਾ मतलब 160 सेंटीमीटर तो उपर वाले 160 सेंटीमीटर तो उपर वाले ਜਿਹੜੇ ਆ ਇਹ ਕਿੰਨੇ ਦਿੱਤੇ ਹੋਏ ਆ, ਉਹ ਕਿੰਨੇ ਦਿੱਤੇ ਆ 18, ਇਹ ਕਿੰਨੇ ਦਿੱਤੇ ਆ 18। ਇਹੀ ਆ ਤੁਸੀਂ ਕਿਹਾ ਕਲਾਸ ਚ ਕੋਲ X ਮੁੰਡੇ ਆ, ਉਹਦਾ 3/4 160 ਤੋਂ ਵੱਡਾ ਹੈ, एक चौथाई 160 तो छोटा है। इस पासे वाले मुंडियां की गिणती 18 है, जिन्ने इस पासे वाले तुसी अपने वालों मन के चले सी उन्होंने 18 के बराबर रखता ना। इत्थों तुसी X कढ़िया, ਇਹਦਾ मतलब 160 तो उपर वाले किन्ने मुंडे आ गए अपने कोल, ओ सॉरी इत्थों X किन्ना आ गया 24। ਇਹਦਾ मतलब सानू ये पता लग गया कि X 24 आने का मतलब आ कि इस क्लास च कुल किन्ने मुंडे सी, इस क्लास च कुल किन्ने मुंडे सी 24। इस क्लास च कुल 24 मुंडे सी। एक हिस्सा सॉल्व हो गया बई। X का मतलब की सीगा भला मुंडे, तो जे तुसी X कढ़ लिया ਇਹਦਾ मतलब तुसी ये पता कर लिया कि उस क्लास च कुल किन्ने मुंडे आ समझ आ गई सारिਆਂ ਨੂੰ। हुण इस सवाल का दूजा हिस्सा आ गया, किवें भला एक क्लास आ, एक क्लास च कौन कौन आ भला, जां कौन आ ते जां कौन आ, जां इस क्लास च कौन आ मुंडे ते जां इस क्लास च कौन आ कुड़ियां। ठीक है, जां इस क्लास च मुंडे आ ते जां इस क्लास च कुड़ियां है। मान लो क्लास दे कुल बच्चे Y ने, वो जो मर्जी मनी जाओ, जो आ हिस्सा सॉल्व हो गया एक बार इत्थे X वरत्या गया, सवाल खत्म कर लिया, फिर इत्थे X मान लो, कोई चक्कर नहीं, भावें Y मान लो। जे तुहानूं लगदा यार X तां पहला मान के आए हो, तुसीं किहड़ा पेपर वाले नूं करके दिखाउणा है। हुण आ जाओ क्लास च कुल मुंडे आए कुल इन्ने आ, कहंदा जिहड़े मुंडे आ वो कुल क्लास का 2/3 हैं, लिखी सी ना लाइन कि मुंडे क्लास का 2/3 हैं। जेकर पूरी क्लास Y बच्चों की आ, वह 2/3 की है भला, वह 2/3 की है भला मुंडे, तो कुड़ियां कितनी 1/3। समझ आई, क्लास च कुल Y का
जिन्ना टोटल y आ उसका 2/3। हुण तुसीं कहोगे सीधा ही एवें क्यों लिख लिया, पहला मैं लिखना सिखाया भी आ कि y का 2/3, जिवें इत्थे सीधा लिखता मैं कि कुल क्लास के बच्चों का 2/3 मुंडे आ ते 1/3 गुणा y यानी कि y/3 आ कुड़ियां है। ठीक है, दस सकते हो इन्हां चों मुंडियां की गिणती बारे मेरे को जानकारी है कि कुड़ियां की गिणती बारे मेरे को जानकारी है? कोई जानकारी हैगी मेरे को? क्लास च मुंडे किन्ने आ? किन्ने क्लास विच मुंडे किन्ने आ? मैं कड्ढी बैठा इत्थे 24। इस पासे मैं मुंडियां की गिणती कड्ढी हुई है, इहदा मतलब इस पासे मुंडे हैगे आ 2y/3। क्लास का कुल 2y/3 मुंडे आ। ये मुंडियां की गिणती कितनी दी हुई है? 24। इत्थों मैनूं पता लग गया कि y कितना आऊगा। y आऊगा 24/3/24 गुणा 3/2 कितना आ गया? 36। ਇਹਦਾ मतलब कुल क्लास किन्नियां दी सी भला? 36 दी। 36 ਦਾ 36/3 किन्ना हुंदा? 12 कुड़ियां है। नहीं कढ़ना एवें दसो 36 चों मुंडे किन्ने आ? 24 ते कुड़ियां किन्नियां होणगियां? 12। भावें घटा के लिख लो। इट मीनस इस सवाल दे दो हिस्से सीगे। किवें भला? आ समझ आ गया सारा? इस नहीं समझ आया तो एक बारी होर समझो। हाँ देखो, इस सवाल दे दो हिस्से सी। पहला कहंदे कि 160 सेंटीमीटर इस तो वड्डे ते छोटे, ये सी कहानी कल्ले मुंडियां दी। ये कहानी कल्ली किहदी सी? मुंडियां दी। 101 जिन्ने कुल मुंडे सी, जे तुसी कुल मुंडियां नूं M मन्नो, हुण मैं नवें सिंबल नाल कर रहा, कदी कन्फ्यूज होवो ही ना। मुंडियां नूं तुसी की मान लिया? M। कहंदे 160 तो वड्डे मुंडे 3/4 हन। किन्ने आ? 3/4 कुल मुंडियां दा। कुल मुंडे M आ, उसका 3/4। ਇਹਦਾ मतलब 1/4 यानी कि 1/4 का मतलब 1 गुणा M/4 यानी कि M/4। ये छोटे आ ते सवाल की शर्त यह सी कि ਜਿਹੜੇ ਵੱਡੇ ਮੁੰਡੇ ਆ 160 ਤੋਂ ਉਹਨਾਂ ਦੀ ਗਿਣਤੀ ਆਲਰੇਡੀ ਕਿੰਨੀ ਦਿੱਤੀ ਹੋਈ ਹੈ? ਉਹ ਕਿੰਨੀ ਦਿੱਤੀ ਹੈ? ਕਿੰਨੀ ਦਿੱਤੀ ਸੀਗੀ? 18। ਇੱਥੋਂ ਤੁਸੀਂ M ਕੱਢ ਲਿਆ ਤੇ M ਕਿੰਨਾ ਆ ਗਿਆ ਤੁਹਾਡਾ? 24। ਇਟ ਮੀਨਸ ਤੁਸੀਂ ਇੱਥੇ ਮੁੰਡਿਆਂ ਦੀ ਕਲਾਸ 'ਚ ਮੁੰਡਿਆਂ ਦੀ ਗਿਣਤੀ ਪਤਾ ਲੱਗ ਗਈ। ਇਸ ਸਵਾਲ ਨੂੰ ਖਤਮ ਕਰਨ ਤੋਂ ਬਾਅਦ ਤੁਸੀਂ ਇੱਧਰ ਆ ਗਏ। ਚੱਲੀਏ ਅੱਗੇ। ਹੁਣ ਇੱਕ ਕਲਾਸ 'ਚ ਨੇ ਬੱਚੇ, ਇੱਕ ਕਲਾਸ ਨੇ ਬੱਚੇ, ਬੱਚਿਆਂ ਨੂੰ ਕਹੋ B। ठीक है ना, बच्चे मतलब चिल्ड्रन, बच्चों को C, बच्चों को C चिल्ड्रन। बच्चों चो कुछ की ने मुंडे ते कुछ की ने कुड़ियां। कुड़ियां नूं कहो K, मुंडियां नूं कहो M। ठीक है, मुंडे जिहड़े आ वो कुल क्लास के बच्चों का किन्ना ने भला लिखा होया है? पढ़ के देखियो जे तुहानूं कोई स्टेटमेंट होगी। मुंडे क्लास के कुल चिल्ड्रनस का 2/3 ने, हैगे कि नहीं? ते कुड़ियां जिहड़ियां ने वो कुल बच्चों का, कुल चिल्ड्रन का 1/3 ने। चिल्ड्रन/3 जिन्ने टोटल चिल्ड्रन ने, जिन्ने कुल बच्चे ने उसका 1/3। तो सवाल की शर्त के मुताबिक मुंडियां की गिणती सानू पता ही है कितनी है भला? 24 हैगी है कि नहीं? मुंडियां की गिणती कितनी है? 24। सवाल के इस हिस्से चो कढ़ के लैके आयो तो कुल 2/3 बराबर है 24। इत्थों तुहानू पता लग गया कि चिल्ड्रन किन्ने आ? चिल्ड्रन किन्ने आ गए? 36। पहले उपर भी कट के दिखाया मैं। जे टोटल चिल्ड्रन 36 आ, मुंडे 24 आ ते कुड़ियां कितनियां आ गईयां? 12। आ भी आंसर आपां कड्ढिया, आपां हुण कड्ढिया। ठीक है, हुण तुहानूं भावें कुछ मर्जी पुछ लैण। समझ आ गई गल? इट मीनस सवाल का पहला एक हिस्सा फ्रैक्शन जो सॉल्व किया, फिर दूसरा हिस्सा सॉल्व किया। समझ आ गई ना गल कि किवें इहो जिहे सवाल सॉल्व करने आ? ये है जी अर्थमैटिक रीजनिंग। ये बहुत इंपॉर्टेंट आ। पंजाब पुलिस ने इस चैप्टर चों इस बार जो तुसी पेपर सॉल्व करोगे पुराने, तो तुसी उदों देखियो, तुहानूं पता लगूगा कि किस तरीके नाल पुलिस वाले अपने पेपरां 'च इहो जिहे सवालों नूं, जां पीपीएससी का तो रिवाज ही आ, उन्होंने तो बहुत बार सीधे ये सवाल वरते हुए आ, उन्होंने तो कहण दी लोड़ ही नहीं। समझ आ गया? नैक्सट अगे आ जाओ। आ लो जी, सवाल करो की है जी, की कहंदा सवाल? A student got twice as many sum wrong as he got right। ठीक है जी, पंजाबी वाले पढ़ लो। एक विद्यार्थी पेपर विच सही नालों दुगने सवाल गलत करता है। मतलब समझ गए ना कि सही नालों दुगने सवाल की कर दिंदा है? गलत कर दिंदा है। कहंदा जेकर उसने कुल मिला के 48 प्रश्न हल किए हैं
ਤਾਂ ਦੱਸੋ ਉਹਨੇ ਕਿੰਨੇ ਸਵਾਲ ਸਹੀ ਕੀਤੇ ਆ। ਦੇਖੋ ਦੋ ਤਰੀਕੇ ਦੇ ਸਵਾਲ ਉਹਦੇ ਕੋਲ, ਜਾਂ ਸਹੀ ਤੇ ਜਾਂ ਕੀ ਆ ਗਲਤ। ਸਹੀ ਸਵਾਲ ਉਹਨੇ ਕੀਤੇ ਆ x ਤੇ ਗਲਤ ਕੀਤੇ ਆ y। ਆਹ ਦੱਸੋ ਜੀ, ਸਮਝ ਆ ਗਈ ਬਈ ਗੱਲ? ਸਮਝ ਆ ਗਈ? ਇੱਕ ਮੈਂ ਤੁਹਾਨੂੰ ਆ ਇੱਕ ਤਰੀਕੇ ਨਾਲ ਸਵਾਲ ਸੋਲਵ ਕਰ ਰਿਹਾ, ਫਿਰ ਮੈਂ ਤੁਹਾਨੂੰ ਇਸੇ ਸਵਾਲ ਨੂੰ ਕਰਨ ਦਾ ਦੂਜਾ ਤਰੀਕਾ ਵੀ ਦੱਸੂਗਾ। ਜੇ ਸਹੀ ਸਵਾਲ ਠੀਕ ਆ ਤੇ ਗਲਤ ਸਵਾਲ y ਆ, ਦੱਸੋਗੇ ਸਵਾਲਾਂ ਦੀ ਕੁੱਲ ਗਿਣਤੀ x ਜਮਾ y, ਸਵਾਲਾਂ ਦੀ ਕੁੱਲ ਗਿਣਤੀ ਕਿੰਨੀ ਆ? ਉਹ ਕਿੰਨੀ ਆ? ਕਿੰਨੀ? 48। ਇੱਕ ਇਕੁਏਸ਼ਨ ਬਣ ਗਈ। ਹੁਣ ਇਹ ਦੱਸੋ x ਜ਼ਿਆਦੇ ਆ ਕਿ y ਜ਼ਿਆਦੇ ਆ? ਸਹੀ ਸਵਾਲ ਜ਼ਿਆਦੇ ਆ ਕਿ ਗਲਤ ਜ਼ਿਆਦੇ ਆ? ਗਲਤ। y ਜ਼ਿਆਦੇ ਆ? y x ਤੋਂ ਕਿੰਨੇ ਜ਼ਿਆਦੇ ਆ? 2 ਕਿ 3 ਕਿ 4? ਕੀ ਜਿਹੜੇ y ਸਵਾਲ ਨੇ, ਗਲਤ ਸਵਾਲ ਨੇ, ਉਹ x ਤੋਂ ਕਿੰਨੇ ਜ਼ਿਆਦੇ ਆ? 2 ਕਿ 3? ਨਾ 2 ਜ਼ਿਆਦੇ ਆ ਨਾ 3, ਦੁੱਗਣੇ ਜ਼ਿਆਦੇ ਆ। ਸੁਣੋ ਮੇਰੀ ਗੱਲ, ਪੇਪਰ 'ਚ ਬੜਾ ਪੰਗਾ ਪੈਂਦਾ ਹੈ। ਜੇ ਕਿਸੇ ਨੇ ਕਹਿਤਾ ਕਿ ਗਲਤ ਸਵਾਲ ਯਾਨੀ ਕਿ y ਜਿਹੜੇ ਆ ਉਹ x ਤੋਂ 2 ਜ਼ਿਆਦੇ ਆ, ਤਾਂ ਲਿਖਿਆ ਜਾਊਗਾ y = x + 2, ਕਿ y x ਤੋਂ 2 ਜ਼ਿਆਦਾ ਹੈ। ਇਹ ਪਰ ਐਵੇਂ ਤਾਂ ਉਹਨਾਂ ਨੇ ਕੁਝ ਕਿਹਾ ਹੀ ਨਹੀਂ। ਮੇਰੀ ਗੱਲ ਸਮਝ ਗਏ ਨਾ? ਐਵੇਂ ਦਾ ਤਾਂ ਕੁਝ ਵੀ ਨਹੀਂ ਹੈਗਾ ਆਪਣੇ ਕੋਲ। ਇਸ ਕਰਕੇ ਇਸ ਚੀਜ਼ ਨੂੰ ਮੈਂ ਸਹੀ ਨਹੀਂ ਲਿਖ ਸਕਦਾ। ਨਹੀਂ ਲਿਖ ਸਕਦਾ ਨਾ। y x ਤੋਂ 2 ਜ਼ਿਆਦਾ ਨਹੀਂ, y x ਤੋਂ ਕੀ ਹੈ ਭਲਾ? ਦੁੱਗਣਾ ਹੈ। ਤੇ ਜਿੱਥੇ y x ਤੋਂ ਦੁੱਗਣਾ ਹੋਵੇ ਉਹਦਾ ਮਤਲਬ ਹੁੰਦਾ y ਬਰਾਬਰ ਹੈ x ਗੁਣਾ 2, ਨਾ ਕਿ x + 2। ਸਮਝ ਗਏ ਨਾ? y x ਤੋਂ ਦੁੱਗਣਾ ਹੈ। ਹੁਣ ਆਹ ਦੱਸੋ, ਜੇ y x ਤੋਂ ਦੁੱਗਣਾ ਹੈ, ਮੰਨ ਲਓ x 5 ਆ, ਤੇ ਤੁਸੀਂ ਇਸ ਹਿਸਾਬ ਨਾਲ ਚੱਲੋਗੇ ਤਾਂ ਤੁਸੀਂ ਲਿਖ ਦੋਗੇ 5 + 2 = 7। ਪਰ ਮੈਂ ਚਾਹਣਾ ਕਿ y x ਤੋਂ ਦੁੱਗਣਾ ਹੈ, ਇਹਦਾ ਮਤਲਬ 5 ਗੁਣਾ 2 = 10। ਆ ਸਮਝ ਗਏ ਨਾ? y x ਤੋਂ ਦੁੱਗਣਾ ਹੈ। ਜੇ ਇਹ ਕਹਿ ਦਿੰਦਾ ਕਿ ਉਹਦੇ ਗਲਤ ਸਵਾਲ ਸਹੀ ਤੋਂ 2 ਜ਼ਿਆਦੇ ਹਨ, ਤਾਂ ਮੈਂ ਲਿਖਦਾ y ਬਰਾਬਰ ਹੈ x + 2। ਜੇ ਉਹਨੇ ਕਿਹਾ ਕਿ ਉਸਦੇ ਗਲਤ ਸਵਾਲ ਸਹੀਆਂ ਤੋਂ ਦੁੱਗਣੇ ਹਨ, ਤਾਂ ਫਿਰ ਮੈਂ ਲਿਖੂੰਗਾ y ਬਰਾਬਰ ਹੈ 2 ਗੁਣਾ x। ਦੁੱਗਣੇ ਜ਼ਿਆਦੇ ਆ ਕਿ 2 ਜ਼ਿਆਦੇ ਆ, ਦੋਵਾਂ 'ਚ ਬੜਾ ਸੈਂਸ ਦਾ ਫਰਕ ਆ। ਕਿੰਨੀਆਂ ਇਕੁਏਸ਼ਨਾਂ ਬਣ ਗਈਆਂ ਭਲਾ? 2। ਇੱਕ y ਬਰਾਬਰ ਹੈ 2x, ਇੱਕ x + y ਬਰਾਬਰ ਹੈ 48। ਆ ਸਮਝ ਆ ਗਈ? ਉਹ ਕਲੀਅਰ ਹੈ ਗੱਲ? y ਦੀ ਜਗ੍ਹਾ ਤੇ ਕੀ ਪੁੱਟ ਕਰ ਸਕਦੇ ਤੁਸੀਂ? 2x, x ਆਈ ਆ, 2x ਇੱਥੋਂ ਪੁੱਟ ਕੀਤਾ, 48 ਆ ਗਿਆ। 3x ਬਰਾਬਰ ਹੈ 48, x ਬਰਾਬਰ ਹੈ 48/3 ਕਿੰਨਾ ਆ ਗਿਆ? 16। x 16 ਆ ਗਿਆ। ਤੇ ਕੋਈ ਦੱਸ ਸਕਦਾ y ਕਿੰਨਾ ਹੈ? y ਆ ਦੁੱਗਣਾ ਆਫ 16, ਕਿੰਨਾ ਆ ਗਿਆ? 32। ਦੱਸੋ ਦੇ ਕਿੰਨੇ ਸਵਾਲ ਸਹੀ ਹੈ ਤੇ ਕਿੰਨੇ ਗਲਤ ਆ? ਉਹਨਾਂ ਨੇ ਕੀ ਪੁੱਛਿਆ ਸੀ ਕਿ ਕਿੰਨੇ ਸਵਾਲ ਸਹੀ ਆ? ਸਹੀ x ਕਹੇ ਸੀ, ਤੇ x ਕਿੰਨਾ ਆ ਗਿਆ? ਕਿੰਨਾ ਆ ਗਿਆ? 16। ਸਮਝ ਆ ਗਈ? ਉਹ ਕਲੀਅਰ ਹੈ ਗੱਲ? ਉਸ ਬੰਦੇ ਨੇ ਕੁਝ ਸਵਾਲ ਸਹੀ ਕੀਤੇ ਆ ਤੇ ਕੁਝ ਸਵਾਲ ਕੀ ਕੀਤੇ ਆ? ਉਹਨੇ ਗਲਤ ਕੀਤੇ ਆ। ਵਾਹੀ ਆ, ਕੁਝ ਸਵਾਲ ਸਹੀ ਕੀਤੇ ਆ ਤੇ ਕੁਝ ਸਵਾਲ ਕੀ ਕੀਤੇ ਆ? ਗਲਤ ਕੀਤੇ ਆ। ਬਸ ਮੈਨੂੰ ਇਹ ਦੱਸੋ, ਸਹੀ ਦੁੱਗਣੇ ਸਹੀ ਵਾਲੇ ਦੁੱਗਣੇ ਆ ਕਿ ਗਲਤ ਵਾਲੇ ਦੁੱਗਣੇ ਆ? ਗਲਤ ਵਾਲੇ। ਜਿਹੜੀ ਚੀਜ਼ ਦੁੱਗਣੀ ਹੋਵੇ ਉਹਨੂੰ ਨਹੀਂ ਕੁਝ ਮੰਨੀਦਾ। ਸਹੀ ਵਾਲੇ ਥੋੜੇ ਆ ਨਾ, ਸਹੀ ਵਾਲੇ ਨੂੰ ਮੰਨ ਲਓ x। ਸਹੀ ਵਾਲੇ ਕਿੰਨੇ ਆ? x। ਤੇ ਗਲਤ ਵਾਲੇ ਉਹਦੇ ਤੋਂ ਕੀ ਆ ਭਲਾ? ਦੁੱਗਣੇ। ਇਹਦਾ ਮਤਲਬ ਉਹ ਕਿੰਨੇ ਹੋ ਗਏ ਭਲਾ? 2x। ਤੇ ਕੁੱਲ ਸਵਾਲ 2x + x। ਸਾਰੇ ਸਵਾਲ ਇਹ ਕਿੰਨੇ ਦਿੱਤੇ ਹੋਏ ਆ ਕੁੱਲ? 48। 3x ਬਰਾਬਰ ਹੈ 48, x ਬਰਾਬਰ ਹੈ 48/3, x ਬਰਾਬਰ ਹੈ 16। ਜੇ x 16 ਹੈ ਤਾਂ ਸਹੀ 16 ਤੇ ਆ 32। ਆਹੀ ਆ। ਇਟ ਮੀਨਸ ਤੁਸੀਂ ਇੱਕ ਸਵਾਲ ਨੂੰ ਦੋ ਤਰੀਕਿਆਂ ਨਾਲ ਕਰ ਸਕਦੇ ਹੋ, XY ਮੰਨ ਕੇ ਵੀ ਤੇ ਕੱਲਾ X ਮੰਨ ਕੇ ਵੀ। ਤੁਸੀਂ ਮੌਕੇ ਤੇ ਦਿਮਾਗ ਲਾਉਣਾ ਹੈ। ਮੈਂ ਤੁਹਾਨੂੰ ਇਸ ਵੀਡੀਓ ਦੀ ਪਲੇਲਿਸਟ ਦੇ ਵਿੱਚ ਇਹ ਦੱਸਿਆ ਕਿ ਤੁਸੀਂ ਇਸ ਵੀਡੀਓ ਇਹਦੇ 'ਚ ਕਿ ਤੁਸੀਂ XY ਦੀਆਂ ਇਕੁਏਸ਼ਨਾਂ ਕਿਵੇਂ ਸੋਲਵ ਕਰ ਰਹੇ ਹੋ, ਤੇ ਹੁਣ ਮੈਂ ਤੁਹਾਨੂੰ ਪਤਾ ਕੀ ਦੱਸ ਰਿਹਾ। ਠੀਕ ਆ? ਇਸੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮੈਂ ਇੱਕ ਹੋਰ ਪਾਊਂਗਾ ਜਿਹਦਾ ਮੈਂ ਟਾਈਟਲ ਦਊਂਗਾ ਕਿ ਇਕੁਏਸ਼ਨਾਂ ਕਿਵੇਂ ਬਣਾਈਏ। ਕਿ ਇੱਥੇ ਤਾਂ ਮੈਂ ਇੱਕ ਸਵਾਲ ਕਰਾਤਾ ਕਿ ਇਕੁਏਸ਼ਨ ਐਵੇਂ ਬਣਾਈ ਦੀ ਆ। ਮੈਂ ਪਹਿਲਾਂ ਇੱਕ ਸੀਰੀਜ਼ ਕਰਾਈ ਸੀ, ਉਹਦੇ 'ਚ ਮੈਂ 10 ਲੈਕਚਰਸ ਦੇ ਵਿੱਚ ਇਕੁਏਸ਼ਨਾਂ ਬਣਾਉਣੀਆਂ ਸਿਖਾਈਆਂ ਸੀਗੀਆਂ। ਮੈਂ ਕਹਿੰਦਾ ਕਿ ਜੇ ਤੁਸੀਂ ਉਹ 10 ਵੀਡੀਓ ਦੇਖ ਲਈਆਂ ਤਾਂ ਤੁਸੀਂ ਆ ਇਕੁਏਸ਼ਨਾਂ ਬਣਾਉਣੀਆਂ ਵੀ ਸਿੱਖ ਜਾਓਗੇ। ਜਿਹਨੇ ਬੇਸਿਕ ਮੈਥ ਦੀ ਵੀਡੀਓ ਦੇਖ ਲਈ ਉਹ ਇਹਨਾਂ ਸਵਾਲਾਂ ਨੂੰ ਹੱਲ ਕਰਨਾ ਵੀ ਸਿੱਖ ਲੂਗਾ ਕਿ ਹੱਲ ਕਿਵੇਂ ਕਰਨੇ ਆ ਇਹ ਸਾਰੇ ਸਵਾਲ। ਸੋ ਕਹਿਣ ਦਾ ਮਤਲਬ ਇਹ ਆ, ਜਦੋਂ ਅਸੀਂ ਭੱਜਦੇ ਆ ਨਾ ਪਰਸੈਂਟੇਜ ਪ੍ਰੋਫਿਟ ਲਾਸ ਦੇ ਮਗਰ, ਇਕੁਏਸ਼ਨਾਂ ਸਾਨੂੰ ਸੋਲਵ ਨਹੀਂ ਕਰਨੀਆਂ ਆਉਂਦੀਆਂ, ਫਿਰ ਅਸੀਂ ਟੀਚਰਾਂ ਦੇ ਟ੍ਰਿਕਾਂ ਤੇ ਡਿਪੈਂਡ ਕਰਦੇ ਆ। ਤੇ ਟ੍ਰਿਕ ਕਿੰਨਾ ਕੁ ਦੂਰ ਤੱਕ ਲੈ ਕੇ ਜਾਂਦੇ ਆ ਇਹਦੇ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਠੀਕ ਆ ਨਾ? ਕਿਉਂਕਿ ਓਬਵੀਅਸ ਜੀ ਗੱਲ ਆ, ਇੰਨਾ ਕੁ ਤਾਂ ਅਸੀਂ ਮੈਥ ਪੜ੍ਹਿਆ ਹੋਇਆ ਹੈ।
ਤੇ ਮੈਥ ਪੜਾਇਆ ਵੀ ਇੰਨਾ ਕਿ ਮੈਂ ਆਪਣੇ ਤਜਰਬੇ ਨਾਲ ਕਿ ਮੈਨੂੰ ਪਤਾ ਕਿ ਕਿੱਥੇ ਜਾ ਕੇ ਤੁਸੀਂ ਮਾਰ ਖਾ ਸਕਦੇ ਹੋ। ਆਹ ਦੱਸੋ ਜੀ, ਕਹਾਣੀ ਕਲੀਅਰ ਆ? ਨੈਕਸਟ, ਸਮਝ ਆ ਗਈ ਗੱਲ? ਵੀਡੀਓ ਨੂੰ ਰੋਕੋ ਤੇ ਸਵਾਲ ਨੂੰ ਹੱਲ ਕਰ ਲਓ। ਠੀਕ ਆ ਜੀ। ਆ ਅਗਲਾ ਸਵਾਲ ਪੜੋ ਹੁਣ। ਸੇਮ ਉਵੇਂ ਜਿਹੇ ਸਵਾਲ ਆ ਰਿਹਾ ਤਾਂ ਕਿ ਇਕੁਏਸ਼ਨ ਬਣਾਉਣੀ ਸਿੱਖੋ। ਹੁਣ ਤੁਹਾਡੇ ਸਾਹਮਣੇ ਨਵਾਂ ਜਿਹਾ ਸਵਾਲ ਆ, ਪੂਰੇ ਦਾ ਪੂਰਾ ਕੰਟੈਂਟ ਅਸੀਂ ਬਾਇਲੈਂਗੁਅਲ ਕਰ ਰਹੇ ਹਾਂ ਤਾਂ ਜੋ ਤੁਹਾਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ। ਹਾਂਜੀ, ਕਹਿੰਦਾ ਕਲਾਸ 'ਚ ਲੜਕਿਆਂ ਦੀ ਗਿਣਤੀ ਕੁੜੀਆਂ ਨਾਲੋਂ 3 ਗੁਣਾ ਹੈ। ਕਿਹਨੂੰ ਐਕਸ ਮੰਨੀਏ? ਗਰਲਸ ਨੂੰ। ਕੁੜੀਆਂ ਨੂੰ ਮੰਨੋ ਐਕਸ। ਮੁੰਡੇ ਕਿੰਨੇ ਆ ਵੀ? ਕਿੰਨੇ ਆ? 3 + x ਕਿ 3 ਗੁਣਾ x? 3 ਗੁਣਾ x। ਹੁਣ ਸਵਾਲ ਦਾ ਆਨਸਰ ਦੱਸੋ ਕੀ ਆ? ਕਹਿੰਦਾ ਹੇਠ ਲਿਖਿਆਂ ਚੋਂ ਕਿਹੜਾ ਕੁੱਲ ਬੱਚਿਆਂ ਦੀ ਸੰਖਿਆ ਨਹੀਂ, ਹੇਠ ਲਿਖਿਆਂ ਚੋਂ ਕਿਹੜੀ ਬੱਚਿਆਂ ਦੀ ਕੁੱਲ ਸੰਖਿਆ ਨਹੀਂ ਹੋ ਸਕਦੀ? 3x ਮੁੰਡੇ ਆ, 1x ਕੁੜੀਆਂ, ਤਾਂ ਕੁੱਲ ਬੱਚੇ ਕਿੰਨੇ ਹੋ ਗਏ ਸਟੂਡੈਂਟਸ? ਕਿੰਨੇ ਹੋ ਗਏ? 4 ਗੁਣਾ x। ਓਏ ਹੋ ਗਏ ਨਾ? ਕੁੱਲ ਬੱਚੇ ਕਿੰਨੇ ਹੋ ਗਏ ਭਲਾ? ਮੁੰਡੇ ਪਲੱਸ ਕੁੜੀਆਂ 4x। ਜੇ 4x ਨੂੰ ਆਪਾਂ 48 ਦੇ ਬਰਾਬਰ ਰੱਖੀਏ ਕੀ x ਦਾ ਆਨਸਰ ਆ ਸਕਦਾ ਹੈ? ਜੇ 4x ਨੂੰ ਆਪਾਂ 44 ਦੇ ਬਰਾਬਰ ਰੱਖੀਏ ਕੀ x ਦਾ ਆਨਸਰ ਆ ਸਕਦਾ ਹੈ? ਆ ਸਕਦਾ ਹੈ। ਕੁੜੀਆਂ 11 ਆ ਗਈਆਂ। ਜੇ 4x ਨੂੰ 42 ਦੇ ਬਰਾਬਰ ਰੱਖੀਏ ਤਾਂ ਦੱਸੋ ਕੁੜੀਆਂ ਕਿੰਨੀਆਂ ਆਈਆਂ? ਆ ਸਕਦਾ ਹੈ? ਨਹੀਂ। ਬਸ ਆਹ ਤੇ ਆਨਸਰ ਹੀ ਨਹੀਂ ਹੋ ਸਕਦਾ। ਉਹਨੇ ਨਹੀਂ ਪੁੱਛਿਆ ਕਿ ਇਨਡਾਇਰੈਕਟ ਸਮਝ ਆ ਗਿਆ ਨਾ ਸਵਾਲ ਕੀ ਸੀਗਾ? ਉਹ ਸਮਝ ਆਈ? 44 ਵੀ ਬੱਚੇ ਹੋ ਸਕਦੇ ਆ ਕਲਾਸ 'ਚ, 48 ਵੀ ਹੋ ਸਕਦੇ ਆ, 40 ਵੀ ਹੋ ਸਕਦੇ ਆ, ਪਰ ਕਲਾਸ 'ਚ 42 ਬੱਚੇ ਕਦੀ ਨਹੀਂ ਹੋ ਸਕਦੇ ਕਿਉਂਕਿ ਕੁੱਲ ਬੱਚੇ 4 ਗੁਣਾ x ਆ ਤੇ ਉਹ ਇਸ ਕਰਕੇ ਜਿੰਨੇ ਵੀ ਕੁੱਲ ਬੱਚੇ ਆ ਉਹ 4 ਤੇ ਭਾਗ ਹੋਣੇ ਚਾਹੀਦੇ ਆ। ਜੇ ਤੁਹਾਨੂੰ ਕਿਸੇ ਨੇ ਕਹਿਤਾ ਕਿ ਕਲਾਸ 'ਚ ਮੁੰਡੇ ਤੇ ਕੁੜੀਆਂ ਦਾ ਅਨੁਪਾਤ 3:2 ਆ ਤਾਂ ਇਹਦਾ ਮਤਲਬ ਕਲਾਸ 'ਚ ਮੁੰਡੇ ਕਿੰਨੇ ਆ? 3x ਤੇ ਕੁੜੀਆਂ ਕਿੰਨੀਆਂ? 2x। ਇਜ਼ ਇਟ ਪੋਸੀਬਲ ਕਿ ਕਲਾਸ 'ਚ 47 ਬੱਚੇ ਹੋਣ? ਪੋਸੀਬਲ ਹੈ ਨਹੀਂ, ਕਿਉਂਕਿ ਕੁੱਲ ਬੱਚੇ ਜੇ 3x + 2x ਨੇ ਤਾਂ ਕੁੱਲ 5x ਹੋ ਗਏ ਬੱਚੇ, ਤਾਂ ਬੱਚੇ ਕਿੰਨੇ ਤੇ ਭਾਗ ਹੋਣੇ ਚਾਹੀਦੇ ਆ? 5 ਤੇ। ਸਮਝ ਆ ਗਿਆ ਨਾ ਮੈਥ? ਉਹ ਮੈਂ ਸਵਾਲ ਬਣਾਉਣ ਵਾਲੇ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਦਿਮਾਗ ਲਾ ਦੇ। ਸਮਝ ਗਏ? ਆ ਜਾਓ ਜੀ, ਪੜੋ ਅੱਗੇ, ਲਾਓ ਦਿਮਾਗ। ਅਸਲ ਦੀਆਂ 2 ਵਾਧੂ ਕਾਪੀਆਂ ਪ੍ਰਾਪਤ ਕਰਨ ਲਈ 2 ਕਾਰਬਨ ਵਾਲੀ 3 ਸ਼ੀਟਾਂ ਰੱਖੀਆਂ ਗਈਆਂ। ਠੀਕ ਹੈ ਜੀ। ਫਿਰ ਉਸਨੇ ਹੋਰ ਕਾਰਬਨ ਕਾਪੀਆਂ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਹੁਣ ਆ ਕੋਈ ਕਾਰੀਗਰ ਤਗੜਾ। ਠੀਕ ਹੈ, ਮਤਲਬ ਕਿ ਉਹਨਾਂ ਨੇ ਕੀ ਕਰਿਆ, ਜਿਵੇਂ ਆਹ ਦੇਖੋ, ਜਿਵੇਂ ਆਹ 2 ਪੇਜ ਆ। ਠੀਕ ਆ, ਆਹ ਦੇਖੋ, ਚਲੋ ਇੱਕ ਸਿੰਪਲ ਜੀ ਗੱਲ ਚੱਲਦੇ ਆਪਾਂ। 3 sheets between 2 carbon to get। ਆ ਪਹਿਲੀ ਸ਼ੀਟ ਆ, ਇੱਕ ਕਾਰਬਨ ਕਾਪੀ ਇਹਦੇ 'ਚ ਰੱਖੀ, ਆ ਦੂਜੀ ਸ਼ੀਟ ਆ। ਠੀਕ ਆ, ਇਹਦੇ 'ਚ ਇੱਕ ਕਾਰਬਨ ਕਾਪੀ, ਇੱਕ ਮਿੰਟ ਫੜਿਓ, ਆ ਦੇਖੋ, ਆ ਪਹਿਲੀ ਸ਼ੀਟ ਆ, ਪਹਿਲੀ ਸ਼ੀਟ। ਇਸ ਪਹਿਲੀ ਸ਼ੀਟ ਤੋਂ ਬਾਅਦ ਮੈਂ ਇੱਕ ਕਾਰਬਨ ਕਾਪੀ ਲਾਉਣ ਲੱਗਾ, ਆ ਲਾਤੀ। ਠੀਕ ਆ, ਆ ਦੂਸਰੀ ਸ਼ੀਟ, ਇਹਦੇ ਮਗਰ ਮੈਂ ਇੱਕ ਕਾਰਬਨ ਕਾਪੀ ਲਾਤੀ, ਆ ਕਾਰਬਨ ਕਾਪੀ ਆ ਤੀਸਰੀ ਸ਼ੀਟ ਆ। ਠੀਕ ਆ, ਹੁਣ ਇਹਦਾ ਮਤਲਬ ਜਦੋਂ ਮੈਂ ਇੱਥੇ ਲਿਖੂੰਗਾ ਮਗਰ ਕਿੰਨੀਆਂ ਕਾਰਬਨ ਕਾਪੀਆਂ ਛਪਣਗੀਆਂ? 2। ਉਹ ਸਮਝ ਆ ਗਈ ਚੀਜ਼? ਮਗਰ ਕਿੰਨੀਆਂ ਕਾਰਬਨ ਕਾਪੀਆਂ ਛਪਣਗੀਆਂ? 2। ਮੈਨੂੰ ਕਿਸੇ ਨੇ ਕਹਿਤਾ, ਸਿਆਣੇ ਨੇ, ਕਿ ਇੱਦਾਂ ਕਰ, 6 ਚਾਹੀਦੀਆਂ ਆਪਾਂ ਨੂੰ। ਮੈਂ ਕਿਹਾ ਚਲੋ ਇੱਦਾਂ ਕਰਦੇ ਆ, ਇਹਨੂੰ ਕਰਤਾ ਫੋਲਡ, ਹੁਣ ਇੱਥੇ ਲਿਖਣਾ ਸ਼ੁਰੂ ਕਰਤਾ। ਹੁਣ ਕਿੰਨੀਆਂ ਕਾਰਬਨ ਕਾਪੀਆਂ ਛਪਣਗੀਆਂ? ਦੇਖੋ, ਵਿੱਚ ਆ ਕਾਰਬਨ ਸੀ ਇੱਕ, ਆ ਦੂਜੀ ਕਾਰਬਨ, ਇੱਥੇ ਤੇ ਇਹਦੇ 'ਚ ਕੋਈ ਕਾਰਬਨ ਹੈਗੀ ਆ? ਉਹ ਹੈਗੀ ਕਾਰਬਨ। ਇਹਦਾ ਮਤਲਬ ਜਿੰਨੀਆਂ ਵਿੱਚ ਪਹਿਲਾਂ ਸੀਗੀਆਂ, ਪਹਿਲਾਂ ਵੀ ਇੰਨੀਆਂ ਹੀ ਕਾਰਬਨ ਕਾਪੀਆਂ ਸੀ, ਉਨੀਆਂ ਹੀ ਹੁਣ ਲਿਖੀਆਂ ਜਾਣਗੀਆਂ। ਇਹਦੇ ਵਿੱਚ ਤਾਂ ਕਾਰਬਨ ਆਈ ਨਹੀਂ ਨਾ ਕੋਈ। ਇਟ ਮੀਨਸ ਪਹਿਲਾਂ ਕਿੰਨੀਆਂ ਕਾਰਬਨ ਕਾਪੀਆਂ ਛਪਦੀਆਂ ਸੀ? 2, ਤੇ ਹੁਣ ਕਿੰਨੀਆਂ ਛਪਣਗੀਆਂ? 2 ਹੀ। ਨਹੀਂ ਸਮਝ ਆਈ ਚੀਜ਼? ਕਹਿੰਦਾ ਪਹਿਲਾਂ ਇੱਕ ਦੇ ਮਗਰ 2 ਕਾਰਬਨ ਕਾਪੀਆਂ ਰੱਖ ਕੇ, 3 ਪੇਜਾਂ 'ਚ 2 ਕਾਰਬਨ ਕਾਪੀਆਂ ਰੱਖ ਕੇ 2 ਫੋਟੋ ਸਟੇਟਾਂ ਛਾਪੀਆਂ ਜਾਂਦੀਆਂ ਸੀ।
बाले सियाणे ने पेज फोल्ड करके ਇਹਦੇ ਤੇ ਲਿਖਣਾ ਸ਼ੁਰੂ ਕਰਤਾ। ਹੁਣ ਦੱਸੋ ਕਿੰਨੀਆਂ ਕਾਰਬਨ ਕਾਪੀਆਂ ਛਪਣਗੀਆਂ। ਪਹਿਲਾਂ ਇੱਥੋਂ ਲੈ ਕੇ ਇੱਥੋਂ ਤੱਕ ਛਪਦੀਆਂ ਸੀ, ਹੁਣ ਇਹਨੂੰ ਫੋਲਡ ਕਰਕੇ ਐ ਕਰਤਾ। ਯਾਰ ਛਪੂਗੀ ਜਾਂ ਇਹਨਾਂ ਦੇ ਵਿੱਚ ਵੀ ਕੋਈ ਕਾਰਬਨ ਕਾਪੀ ਆਊਗੀ, ਉਹ ਤਾਂ ਆਈ ਨਹੀਂ। ਇਟ ਮੀਨਸ ਆਨਸਰ ਕਿੰਨਾ ਆ ਗਿਆ ਆਪਣੇ ਕੋਲ, 2 ਆ ਗਿਆ। ਸਮਝ ਆ ਗਈ ਚੀਜ਼, ਕਲੀਅਰ ਹੈ ਕਨਸੈਪਟ। ਸੋ ਨੈਕਸਟ ਆ ਸਮਝ ਆ ਗਿਆ ਤਾਂ ਬਿਲਕੁਲ ਸਿੰਪਲ ਸਵਾਲ ਸੀਗਾ। ਆ ਜਾਓ ਜੀ ਅਗਲੇ ਸਵਾਲ ਤੇ। ਆ ਪੜੋ ਜੀ ਕੀ ਆ ਸਵਾਲ। ਕਹਿੰਦਾ ਇੱਕ ਵਾਹਨ ਚਾਲਕ ਬ੍ਰਿਸਟਲ ਤੋਂ ਬਰਮਿੰਗਮ ਤੱਕ 4 ਵੱਖ-ਵੱਖ ਰਸਤਿਆਂ ਤੋਂ ਜਾਂਦਾ ਹੈ। ਬਰਮਿੰਗਮ ਤੋਂ ਸ਼ੈਫੀਲੈਂਡ ਉਹ 3 ਵੱਖ-ਵੱਖ ਰਸਤਿਆਂ ਤੋਂ ਜਾਂਦਾ ਹੈ, ਤੇ ਸ਼ੈਫੀਲੈਂਡ ਤੋਂ ਪਤਾ ਨਹੀਂ ਹੋਰ ਕਿਹੜਾ ਸ਼ਹਿਰ ਆ, ਠੀਕ ਆ ਜੀ, ਉੱਥੇ ਵੀ ਵੱਖ-ਵੱਖ ਰਸਤਿਆਂ ਤੋਂ ਜਾਂਦਾ ਹੈ। ਮਸਲਾ ਇਹ ਆ ਕਿ ਦੱਸੋ ਪਹਿਲੇ ਤੋਂ ਲੈ ਕੇ ਤੀਜੇ ਤੱਕ ਕਿੰਨੇ ਵੱਖ-ਵੱਖ ਰਸਤੇ ਆ। ਸਮਝੋ ਧਿਆਨ ਨਾਲ। ਮੰਨ ਲਓ ਮੈਨੂੰ ਕਿਸੇ ਨੇ ਕਹਿਤਾ ਕਿ ਜੀ ਪਟਿਆਲਾ ਹੈ, ਠੀਕ ਆ, ਪਟਿਆਲਿਓਂ ਸਮਾਣੇ ਜਾਣਾ ਹੈ ਤੇ ਸਮਾਣੇ ਤੋਂ ਪਾਤੜਾਂ ਜਾਣਾ ਹੈ, ਠੀਕ ਆ। ਪਟਿਆਲੇ ਤੋਂ ਸਮਾਣੇ ਜਾਣ ਤੱਕ ਦੇ 2 ਰਾਹ ਨੇ, ਇੱਕ ਆ ਰਾਹ ਹੈ, ਠੀਕ ਹੈ ਜੀ, ਇੱਕ ਆ ਰਾਹ ਹੈ, ਠੀਕ ਆ। ਸਮਾਣੇ ਤੋਂ ਪਾਤੜਾਂ ਜਾਣ ਦੇ 3 ਰਾਹ ਨੇ, ਇੱਕ ਆ ਰਾਹ ਹੈ, ਇੱਕ ਆ ਰਾਹ ਹੈ, ਇੱਕ ਟੋਲ ਤੋਂ ਐਨੂੰ ਹੋ ਜਾ ਉੱਥੋਂ ਰਾਹ ਹੈ, ਠੀਕ ਆ। ਇਹੀ ਹੋ ਸਕਦਾ। ਨੈਕਸਟ ਹੁਣ ਰੌਲਾ ਇਹ ਆ ਕਿ ਸਾਡੇ ਕੋਲ ਸਵਾਲ ਇਹ ਆ ਗਿਆ ਕਿ ਜੀ ਇਹ ਦੱਸਿਆ ਜਾਵੇ ਕਿ ਪਟਿਆਲੇ ਤੋਂ ਪਾਤੜਾਂ ਤੱਕ ਜਾਣ ਦੇ ਕਿੰਨੇ ਰਾਹ ਹੋਣਗੇ। ਦੇਖੋ ਇੱਥੋਂ ਇੱਥੇ ਗਏ, ਇੱਥੋਂ ਇੱਥੇ ਗਏ, ਇੱਕ ਰਾਹ, ਇੱਥੋਂ ਇੱਥੇ, ਇੱਥੋਂ ਇੱਥੇ 2 ਰਾਹ, ਇੱਥੋਂ ਇੱਥੇ ਤੇ ਇੱਧਰ ਦੀ ਕਿੰਨੇ ਰਾਹ ਹੋ ਗਏ, 3, 1 4 5 6। ਸਮਝ ਗਏ। ਜੇ ਇੱਕ ਤੋਂ ਲੈ ਕੇ ਦੂਜੇ ਤੱਕ ਜਾਣ ਦੇ 2 ਰਾਹ ਏ, ਦੂਜੇ ਤੋਂ ਲੈ ਕੇ ਤੀਜੀ ਜਗ੍ਹਾ ਤੱਕ ਜਾਣ ਦੇ 3 ਰਾਹ ਏ, ਤਾਂ ਕੁੱਲ ਕਿੰਨੇ ਰਾਹ ਹੋਣਗੇ ਭਲਾ, 6 ਰਾਹ। ਸਮਝ ਆ ਗਈ ਗੱਲ। ਜੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਣ ਦੇ 2 ਰਾਹ ਹੋਣ, ਦੂਜੇ ਸਟੇਸ਼ਨ ਤੋਂ ਤੀਜੇ ਸਟੇਸ਼ਨ ਤੱਕ ਜਾਣ ਦੇ 3 ਰਾਹ ਹੋਣ, ਤੀਜੇ ਸਟੇਸ਼ਨ ਤੋਂ ਚੌਥੇ ਸਟੇਸ਼ਨ ਤੱਕ ਜਾਣ ਦੇ 5 ਰਾਹ ਹੋਣ, ਤਾਂ ਦੱਸ ਸਕਦਾ ਕੋਈ ਪਹਿਲੇ ਤੋਂ ਚੌਥੇ ਸਟੇਸ਼ਨ ਤੱਕ ਜਾਣ ਦੇ ਕਿੰਨੇ ਰਾਹ ਹੋਣਗੇ। 2 ਗੁਣਾ 3 ਗੁਣਾ 5। ਸਮਝਾਉਣ ਦੀ ਲੋੜ ਤਾਂ ਨਹੀਂ, ਸਮਝ ਆ ਗਈ ਗੱਲ। ਆ ਜਾਓ ਫਿਰ ਹੁਣ ਮੈਂ ਜ਼ਿਆਦਾ ਸਮਝਾਉਣ ਦੀ ਲੋੜ ਸਮਝਦਾ ਵੀ ਨਹੀਂ, ਇਹਦੇ 'ਚ ਕਹਾਣੀ ਕੋਈ ਹੈ ਹੀ ਨਹੀਂ ਸੀਗੀ। ਆ ਜਾਓ ਜੀ ਸਵਾਲ ਕੀ ਸੀਗਾ ਆਪਣਾ। ਹੁਣ ਆਪਾਂ ਆਪਣੇ ਸਵਾਲ ਤੇ ਚੱਲਦੇ ਹਾਂ। ਕਹਿੰਦਾ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਣ ਦੇ ਕਿੰਨੇ ਰਾਹ ਹੈ, 3 ਗੁਣਾ ਅੱਗੇ 2, ਆਹੀ ਆ। ਪਹਿਲਾਂ 3 ਫਿਰ 2 ਤੇ ਫਿਰ ਟੋਟਲ ਕਿੰਨੇ ਰਾਹ ਹੋ ਗਏ ਆਪਣੇ, ਬਸ ਆਹੀ ਆ। ਅੱਛਾ ਪਹਿਲਾਂ 4 ਆ, ਫਿਰ 3 ਆ। ਚਲਿਏ ਚਲੇ, ਉਹ ਸਿੰਪਲ ਹੈ। ਤਾਂ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਆਪੇ ਲੱਭਦੇ ਰਹੇ। ਬ੍ਰਿਸਟਲ ਤੋਂ ਬਰਮਿੰਗਮ, ਬਰਮਿੰਗਮ ਤੋਂ ਸ਼ੈਫੀਲਡ ਤੇ ਫਿਰ ਅੱਗੇ ਜੋ ਵੀ ਆ ਕਰਸਲ, ਜੋ ਵੀ ਆ, ਠੀਕ ਆ। ਤਾਂ ਆ ਲਓ ਜੀ ਚਲੇ ਨਾ। ਨੈਕਸਟ ਅੱਗੇ ਆ ਜਾਓ, ਪੜੋ ਜੀ ਸਵਾਲ ਕੀ ਆ। ਇੱਕ ਅਨਾਨਾਸ ਦੀ ਕੀਮਤ 7 ਰੁਪਏ ਹੈ, ਇੱਕ ਤਰਬੂਜ ਦੀ ਕੀਮਤ 5 ਰੁਪਏ ਹੈ। ਜੇਕਰ ਰਾਜੂ ਫਲਾਂ ਤੇ 38 ਰੁਪਏ ਖਰਚਦਾ ਹੈ ਤਾਂ ਉਹ ਕਿੰਨੇ ਅਨਾਨਾਸ ਖਰੀਦ ਕੇ ਲਿਆ ਸਕਦਾ ਹੈ। ਪਾਈਨਐਪਲ ਕਾਸਟ ₹7 each, a watermelon cost ₹5 each. Raju spends ₹38 on these fruits. The number of pineapple purchased by him is, ਦੱਸੋ ਵੀ ਉਹ ਕਿੰਨੇ ਅਨਾਨਾਸ ਖਰੀਦ ਕੇ ਲੈ ਕੇ ਆਊਗਾ। ਸਵਾਲ ਇਹ ਆ ਜੀ, ਲਾਓ ਦਿਮਾਗ। ਸਵਾਲ ਤਾਂ ਨੋਟ ਕਰ ਹੀ ਲਿਆ, ਠੀਕ ਆ, ਨਹੀਂ ਤਾਂ ਵੀਡੀਓ ਰੋਕ ਕੇ ਨੋਟ ਕਰ ਲਿਓ ਭਾਈ, ਠੀਕ ਆ। ਹਾਂਜੀ ਮਸਲਾ ਕੀ ਆ ਹੁਣ, ਬੜਾ ਗੰਭੀਰ ਮਸਲਾ। ਕਰੋ ਜੀ ਇਹਨੂੰ ਸੋਲਵ, 2 ਮਿੰਟ ਦਿੱਤੇ ਤੁਹਾਨੂੰ ਮੈਂ।
ਬਈ ਆ ਜਾਓ ਹੁਣ ਮੈਂ ਇੱਕ ਸਵਾਲ ਕਰਾਉਣਾ ਚਾਹੁੰਦਾ ਜਿਹਦਾ ਇਸ ਸਵਾਲ ਨਾਲ ਕੋਈ ਸੰਬੰਧ ਨਹੀਂ, ਪਰ ਸੰਬੰਧ ਨਿਕਲੂਗਾ ਐਂਡ 'ਚ ਜਾ ਕੇ। ਤੁਹਾਨੂੰ ਕਿਸੇ ਨੇ ਕਹਿਤਾ, ਸੁਣੋ ਮੇਰੀ ਗੱਲ, ਕਿਸੇ ਨੇ ਕਹਿਤਾ 2 ਅਨਾਨਾਸ ਹੋਰ ਕੀ ਸੀਗੇ ਤੇ 3 2 ਅਨਾਨਾਸ। ਸਵਾਲ ਇਹ ਨਹੀਂਗਾ, ਮੈਂ ਨਵਾਂ ਸਵਾਲ ਆ। ਦੂਜੀ ਚੀਜ਼ ਕੀ ਸੀਗੀ? ਵਾਟਰਮੈਲਨ, ਤਰਬੂਜ ਤੇ 3 ਤਰਬੂਜ। 2 ਅਨਾਨਾਸ ਤੇ 3 ਤਰਬੂਜ 31 ਰੁਪਏ ਦੇ ਆ। 3 ਅਨਾਨਾਸ ਤੇ 4 ਤਰਬੂਜ 43 ਰੁਪਏ ਦੇ ਆ। ਦੱਸੋ ਅਨਾਨਾਸ ਕਿੰਨੇ ਰੁਪਏ ਦਾ ਹੋਊਗਾ? ਇੱਕ ਅਨਾਨਾਸ ਆ ਤੇ ਇੱਕ ਤਰਬੂਜ ਆ। ਅਨਾਨਾਸ ਨੂੰ ਮੰਨ ਲਿਆ x ਤੇ ਤਰਬੂਜ ਨੂੰ ਕੀ ਮੰਨ ਲਿਆ y। ਪਲੀਜ਼ ਇੱਕ ਗੱਲ ਗੌਰ ਕਰਿਓ, ਜੇ ਇੱਕ ਅਨਾਨਾਸ x ਰੁਪਏ ਦਾ ਹੈ ਤੇ 2 ਅਨਾਨਾਸ ਕਿੰਨੇ ਦੇ ਹੋਣਗੇ? 2 ਗੁਣਾ x ਹੋਣਗੇ ਕਿ ਨਹੀਂ ਹੋਣਗੇ? ਨਹੀਂ ਤਾਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਜਾ ਕੇ ਤੁਹਾਨੂੰ ਮੈਂ ਦੱਸਿਆ ਨਾ ਹਾਊ ਟੂ ਮੇਕ ਇਕੁਏਸ਼ਨਸ, ਸਮੀਕਰਨ ਕਿਵੇਂ ਬਣਾਈਏ, ਉਹ ਵਾਲੀ ਇਕੁਏਸ਼ਨਾਂ ਮੈਂ ਪਾਈਆਂ 10 ਲੈਕਚਰ ਨਾ ਪਹਿਲੇ, ਬੜੇ ਧਿਆਨ ਨਾਲ ਸੁਣਿਓ। 2 ਗੁਣਾ x, ਇੱਕ ਅਨਾਨਾਸ ਤੇ 2 ਦੀ ਕੀਮਤ ਜਮਾ 3 ਤਰਬੂਜਾਂ ਦੀ ਕੀਮਤ ਜੁੜ ਗਈ। ਕਿੰਨੀ ਦਿੱਤੀ ਹੋਈ ਹੈ ਸਵਾਲ ਦੇ ਹਿਸਾਬ ਨਾਲ? 31। 3 ਅਨਾਨਾਸ ਤੇ 4 ਤਰਬੂਜਾਂ ਦੀ ਕੀਮਤ 43। ਇਹਦਾ ਮਤਲਬ ਆਹ ਸਮੀਕਰਨ ਮੈਂ ਬਣਾ ਕੇ ਰੱਖ ਲਿਆ। ਹੁਣ ਬਣ ਗਿਆ ਨਾ, ਬਣ ਗਿਆ ਸਮੀਕਰਨ। ਹੁਣ ਜੇ ਇਹ ਸਮੀਕਰਨ ਬਣ ਗਿਆ ਨਾ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ? ਬੜੇ ਆਰਾਮ ਨਾਲ ਇਹਨਾਂ ਦੋਵਾਂ ਚੋਂ ਕਿਸੇ ਇੱਕ ਨੂੰ ਬਰਾਬਰ ਕਰ ਸਕਦੇ ਹਾਂ। ਜਾਂ y ਦੇ ਨਾਲ ਵਾਲਾ ਕੋਐਫੀਸ਼ੀਐਂਟ ਬਰਾਬਰ ਕਰ ਲਈਏ ਜਾਂ x ਦੇ ਬਾਹਰ ਵਾਲਾ। y ਦੇ ਬਾਹਰ ਕਿੰਨਾ ਹੈ? 3 ਤੇ y ਦੇ ਬਾਹਰ ਕਿੰਨਾ ਹੈ? 4। ਆਪਾਂ y ਵਾਲਿਆਂ ਨੂੰ ਬਰਾਬਰ ਕਰਕੇ ਕੱਟ ਦਈਏ। ਜੇ y ਦੇ ਬਾਹਰ 4 ਆ, y ਦੇ ਬਾਹਰ 3 ਆ, ਬਰਾਬਰ ਕਰਨ ਦਾ ਤਰੀਕਾ ਇਹ ਆ ਕਿ ਥੱਲੜੇ ਵਾਲੀ ਨੂੰ 3 ਨਾਲ ਗੁਣਾ ਕਰ ਦਿਓ ਤੇ ਉੱਪਰ ਵਾਲੇ ਨੂੰ ਕਿੰਨੇ ਨਾਲ ਗੁਣਾ ਕਰ ਦਿਓ? 4 ਨਾਲ। ਥੱਲੇ ਵਾਲੇ ਨੂੰ ਜਦੋਂ 3 ਨਾਲ ਗੁਣਾ ਕੀਤਾ ਤਾਂ ਥੱਲੇ ਵਾਲੀ ਇਕੁਏਸ਼ਨ ਕੀ ਬਣ ਗਈ ਭਲਾ? 9x ਪਲੱਸ ਕਿੰਨੀ ਬਣ ਗਈ? ਤੇ ਬਰਾਬਰ ਹੈ 43 ਦੀ। ਉਹ ਇੰਨਾ ਹੀ ਬਣਿਆ। ਉੱਪਰ ਵਾਲੀ ਨੂੰ 4 ਨਾਲ ਕਰਨਾ ਸੀ, ਉਹ ਕਿੰਨਾ ਬਣਿਆ? ਪਲੱਸ ਬਰਾਬਰ ਹੈ 100। ਸਹੀ ਆ? ਕੋਈ ਡਾਊਟ? ਬਰਾਬਰ ਹੋ ਗਏ। ਹੁਣ ਇਹਦੇ ਅੱਗੇ ਪਲੱਸ ਦਾ ਸਾਈਨ ਆ, ਇਹਦੇ ਅੱਗੇ ਪਲੱਸ ਦਾ ਸਾਈਨ ਆ। ਜਦੋਂ ਦੋਵਾਂ ਦੇ ਅੱਗੇ ਸਾਈਨ ਸੇਮ ਹੋਣ ਫਿਰ ਘਟਾ ਦਈਦੇ ਆ, ਇਹ ਵੀ ਮੈਂ ਦੱਸਿਆ ਹੋਇਆ। ਇਹਦੇ ਚੋਂ ਇਹਨੂੰ ਘਟਾ ਦਿਓ, ਇਹਦੇ ਚੋਂ ਇਹਨੂੰ ਘਟਾ ਦਿਓ, ਇਹਦੇ ਚੋਂ ਇਹਨੂੰ ਘਟਾ ਦਿਓ, ਸਭ ਨੂੰ ਘਟਾਉਣਾ ਪੈਣਾ ਹੈ। 9x ਮਾਈਨਸ 8x ਕਿੰਨਾ ਹੋ ਗਿਆ? ਕੱਲਾ x। 12y ਮਾਈਨਸ 12y 0, ਖਤਮ। 124 ਮਾਈਨਸ 129 ਮਾਈਨਸ 124, x ਕਿੰਨਾ ਆ ਗਿਆ ਭਲਾ? 5। ਜੇ ਤੁਹਾਡਾ x 5 ਆ ਗਿਆ, ਜਿਹੜੇ ਤੁਸੀਂ ਸਮੀਕਰਨ ਬਣਾਏ ਆ, 2 ਆ ਰਹੇ 2 ਨਵੇਂ ਬਣਾਏ ਆ, ਜੇ ਇਹਦੇ ਚ ਮਰਜ਼ੀ x ਨੂੰ 5 ਪੁੱਟ ਕਰ ਦਿਓ। ਸਭ ਤੋਂ ਸੌਖਾ ਮੈਨੂੰ ਆਹ ਲੱਗਿਆ, ਇਹ ਆਪਾਂ ਹੀ ਬਣਾਇਆ ਸੀ। ਇਹਦੇ ਚ x ਨੂੰ ਕਿੰਨਾ ਪੁੱਟ ਕਰਤਾ? 2 ਗੁਣਾ 5 ਕਿੰਨਾ ਹੁੰਦਾ ਹੈ? 10। 3y ਬਰਾਬਰ ਹੈ 31। ਉਧਰ ਪਲੱਸ ਦਾ 10 ਸੀ, ਇੱਧਰ ਜਾ ਕੇ ਮਾਈਨਸ ਹੋ ਗਿਆ। 3y ਕਿਹਦੇ ਬਰਾਬਰ ਆ ਗਿਆ? 21 ਤੇ y ਕਿਹਦੇ ਬਰਾਬਰ ਆ ਗਿਆ? 7। y ਕਿਹਦਾ ਰੇਟ ਸੀਗਾ? ਤਰਬੂਜ ਦਾ। ਤਰਬੂਜ 7 ਰੁਪਏ ਦਾ ਸੀ ਤੇ ਅਨਾਨਾਸ ਕਿੰਨੇ ਰੁਪਏ ਦਾ ਸੀਗਾ? 5 ਰੁਪਏ ਦਾ। ਉਹ ਆ ਸਮਝ ਆ ਗਈ ਗੱਲ? ਤਰਬੂਜ 7 ਰੁਪਏ ਦਾ ਸੀ ਤੇ ਅਨਾਨਾਸ 5 ਰੁਪਏ ਦਾ ਸੀ। ਠੀਕ ਆ। ਹੁਣ ਆਖਰੀ ਸਵਾਲ ਸਮਝ ਆ ਗਿਆ ਸਾਰਿਆਂ ਨੂੰ ਕਿ ਜੇ ਤੁਹਾਨੂੰ ਕਹੇ ਕਿ 2 ਅਨਾਨਾਸ ਤੇ 3 ਤਰਬੂਜਾਂ ਦੀ ਕੀਮਤ 31 ਰੁਪਏ ਹੈ, 3 ਅਨਾਨਾਸ ਤੇ 4 ਤਰਬੂਜਾਂ ਦੀ ਕੀਮਤ 43 ਰੁਪਏ ਹੈ। ਹੁਣ ਉਸ ਸਵਾਲ ਤੇ ਆ ਜਾਓ ਜਿਹੜਾ ਆਪਣੇ ਵਾਲਾ ਹੈ। ਬੋਲ ਕੇ ਦੱਸੋ ਜੀ ਕੀ ਸੀਗਾ? ਇੱਕ ਕੀ ਲਿਖਿਆ ਉਹਨਾਂ ਨੇ? ਪਾਈਨਐਪਲ। ਅਨਾਨਾਸ ਕਿੰਨੇ ਰੁਪਏ ਦਾ ਹੈ? 7 ਰੁਪਏ ਦਾ ਇੱਕ। ਤੇ ਤਰਬੂਜ 5 ਰੁਪਏ ਦਾ। ਹੋਰ ਅੱਗੇ ਕੀ ਲਿਖਿਆ ਉਹਨੇ? 38 ਰੁਪਏ। ਉਹਦੇ ਕੋਲ ਕਿੰਨੇ ਆ? 38 ਰੁਪਏ। ਇਹਦੇ ਚ ਉਹਨਾਂ ਨੇ ਰੁਪਈਆ ਦਿੱਤਾ, ਕਹਿੰਦਾ ਅਨਾਨਾਸ ਕਿੰਨੇ ਖਰੀਦੇ? ਮੈਨੂੰ ਨਹੀਂ ਪਤਾ। ਮੰਨ ਲਓ x ਖਰੀਦੇ। ਉਹ ਕਿੰਨੇ ਖਰੀਦੇ? x। ਤਰਬੂਜ ਕਿੰਨੇ ਖਰੀਦੇ? ਮੈਨੂੰ ਪਤਾ ਹੈ ਨਹੀਂ। ਮੰਨ ਲਓ y ਖਰੀਦੇ। ਉਹ ਕਿੰਨੇ ਖਰੀਦੇ? y। ਜੇ ਇੱਕ ਅਨਾਨਾਸ 7 ਰੁਪਏ ਦਾ ਹੈ ਤੇ x ਅਨਾਨਾਸ ਕਿੰਨੇ ਰੁਪਏ ਦੇ ਹੋਣਗੇ? 7 ਗੁਣਾ x। ਇਸ ਵਾਰ ਰੇਟ ਨਹੀਂ ਦਿੱਤਾ, ਇਸ ਵਾਰ ਰੇਟ ਦੇਤਾ ਹੈ, ਗਿਣਤੀ ਨਹੀਂ ਦਿੱਤੀ। ਜਿਹੜਾ ਸਵਾਲ ਮੈਂ ਤੁਹਾਨੂੰ ਹੁਣ ਕਰਾਇਆ ਸੀ ਉਹਦੇ ਚ ਗਿਣਤੀ ਦਿੱਤੀ ਸੀ, ਰੇਟ ਨਹੀਂ ਸੀ ਦਿੱਤਾ। 7 ਗੁਣਾ x ਕੁੱਲ ਖਰਚਾ ਆਇਆ ਅਨਾਨਾਸ ਖਰੀਦਣ ਤੇ ਜਮਾ। ਇੱਕ ਤਰਬੂਜ 5 ਰੁਪਏ ਦਾ ਹੈ ਤੇ y ਤਰਬੂਜ ਕਿੰਨੇ ਦੇ ਹੋਣਗੇ? y ਗੁਣਾ 5 ਤੇ ਬਰਾਬਰ ਹੈ ਕੁੱਲ ਰੇਟ ਕਿੰਨਾ ਹੈ? ਸਾਰਾ ਖਰਚਾ ਕਿੰਨਾ ਕੀਤਾ ਉਹਨੇ?
कितना 38 आही किता। इस तो बिना होर कोई समीकरण बन रहा, कोई इक्वेशन बन रही है नहीं। पहले सवाल च कितनी इक्वेशन बनिया सी 2, इन्ने आ ते इन्ने आ इन्ने दे आ, इन्ने आ ते इन्ने आ इन्ने दे आ, एक इक्वेशन बनी है। हल करने वाले नंबर किन्ने तुहाडे कोल 2, किहड़े किहड़े, एक x ते एक की भला y। एक इक्वेशन चों एक समीकरण चों एक अननोन हल किया जा सकता है। ये अनजान नंबर किन्ने आ, अननोन किन्ने आ 2, x ते y। इक्वेशन यानी कि समीकरण किन्ने आ, एक, हल ही नहीं हो सकता। मेरी गल समझ गए ना। जे तुहानू मैं ये कहां कि 2x + 7 बराबर है 3x - 9, 3x - 9, x कड्डो, तुसी फट कढ़ दोगे कि 3x 2x इधर गया, 7 इधर, 9 इधर आ गया, x बराबर है 9 7 16, आंसर आ गया। इत्थों नहीं कढ़ सकते क्योंकि एक इक्वेशन च अननोन किन्ने दिते हुए आ 2, एक x ते एक y। ਇਹਦਾ मतलब सवाल निकल ही नहीं सकता। इट मीनस समझ आ गई ना क्यों, क्योंकि एक इक्वेशन दे के एक समीकरण दे के तुहाडे कोल 2 अनजान नंबर दे के हल करा ही नहीं सकते। डाटा इनएडिक्वेट, सही डाटा ही अवेलेबल नहीं हैगा अपने कोल, ठीक है ना, डाटे की कमी है अपने कोल। सो समझ आ गई सारिਆਂ ਨੂੰ गल, समझ आ गई ना, क्योंकि इक्वेशन ही एक दी हुई है आपां, ठीक है। आ देखो 7 रुपए उसकी कीमत है, 5 रुपए उसकी है, कुल 38 रुपए। एक ही इक्वेशन बनी है, जे 2 बन जांदियां फिर आप किसी ना किसी तरीके सवाल नूं हल कर देंगे। नैक्सट चलिए आप अगे 18वें सवाल ते आ जाओ भी, करो सवाल की है। समझ आ गया गल। पिछला सवाल कि डाटा इनएडिक्वेट क्यों आ, तो यह भी मैं दसता कि जिथे सवालों का जवाब निकलता होंदा उत्थे डाटा किवें दिता होंदा है। जिहड़ा सवाल मैं तुहानूं दिता सीगा उह चों डाटा निकलदा सी अपना, ठीक है ना, कि इन्ने केले ते इन्ने अनानास ते इन्ने तरबूज इन्ने दे आ, इन्ने अनानास ते इन्ने तरबूज इन्ने दे आ, ठीक है। नैक्सट इत्थे तुसीं ये कह सकते हो कि हाँ असीं विच पुट कर करके देखांगे, वो तो कोई मतलब नहीं बनता किसी चीज़ का। नैक्सट आ जाओ, कहता जेकर तुहानूं 1 तो लैके 100 तक लिखना होवे तो 3 कितनी बार आऊगा, 1 तो लैके 100 तक 3 कितनी बार आऊगा 11 का, अच्छा हैगा, ठीक है। 1 तो लैके 10 तक कितनी बार आऊगा, 1 बार। 11 तो लैके 20 तक कितनी बार आऊगा, पक्का 1 बार। 21 तो लैके 30 तक कितनी बार आऊगा, 21 तो लैके 30 तक 23 ते 30 2 बार। 31 तो लैके 40 तक कितनी बार आऊगा, 31 भी 3, 32 भी 3, 33 भी 3, 34 भी 3, 35 भी 3, 36 भी, 37 भी, 38 भी, 39 भी, ते रब दी मेहर नाल 33 एक बार होर वाला 10 बार आ गया। गिने मैं पहला मैं 33 इको ही गिनिया सीगा, हुण अखीर च जाके एक होर गिन लिया, आ लो, ठीक है। 41 तो लैके 51 तक 1 बार। 51 तो लैके 60 तक 1 बार। 61 तो 70 1 बार। 71 तो 80 1 बार। 81 तो 90 1 बार। 91 तो 100 कितनी बार आऊगा, 1 बार ही है। 1 2 2 4 ते 10 14 ते 15 16 17 18 19 20 आंसर हैगा, सही है। चलो कोई डाउट ये, कोई मंत्र तो पढ़ना ही नहीं सीगा। आ जाओ चलिए, हाँ जी। एक किताब से एक थले वो नहीं लिखते होंगे पेज नंबर, 1 तो लैके 366 तक पेज नंबर लिखने हैं, किन्ने डिजिट लिखे जाएंगे जे किसी किताब च 10 तक पेज लिखने हैं, किन्ने डिजिट लिखे जाएंगे 11। 1 2 3 4 5 6 7 8 9 ते 10 नूं लिखण वास्ते 2 डिजिट होर, 1 ते 0, किन्ने डिजिट लिखे गए भला 11 लिखे गए ना। 11 अंकां की वरतों हुई है। 1 तो लैके 366 तक किन्ने अंकां की वरतों होगी, तोड़ दिए सवाल नूं, सौखा कर दिंदे आ। 1 तो लैके 10 तक दसो किन्ने अंकां की वरतों होगी 11 की। 11 तो लैके 100 तक 11 तो 100, जे 11 तो लैके 100 तक 11 तो लैके 100 तक किन्ने नंबर होंदे आ 90। वो 11 तो लैके 100 तक किन्ने नंबर होंदे आ 90, ते हर एक किन्ने किन्ने डिजिट आ 2 2। 90 दूनी 180, पर 100 च 3 आ, 90 दूनी 180 ते एक होर जोड़ दईए किन्ने हो गए भला, वो
81 181। हुण सीधा दसो 101 तो लैके 200 तक किन्ने नंबर आ भला 100। हर नंबर नूं लिखण लई किन्ने अंकां दी लोड़ पै रही है तिन्नां दी, तां किन्ने इत्थे वरते जाणगे 300। 300 तो लैके 301 तो लैके नहीं 201 तो लैके 300 तक किन्ने होणगे 300। 301 तो लैके 366 तक किन्ने होणगे 66 गुणा 3 वो किन्ने होणगे यार 66 गुणा 3 किन्ने हुंदे 66 गुणा 3 66 गुणा 3 198 तो नहीं हुंदा यही हुंदा। ਇਹਦਾ मतलब 366 तक आ सारे अंक वरते जाणगे। स्टैप बाय स्टैप कड्ढे आपां 11 तो लैके 100 तक 11 12 13 सारिਆਂ 'ਚ 2-2 डिजिट्स आ। 11 तो लैके 100 तक 90 अंक 90 नंबर हुंदे आ सारिਆਂ 'ਚ 2-2 डिजिट बस एक 100 ਨੂੰ ਛੱਡ ਕੇ जिन्ने आए ਉਹਦੇ 'ਚ ਇੱਕ जोड़ लिया ठीक आ जोड़ियो सारे किन्ने बनदे अपने कोल 198 11 ਤੇ 181 ਤੇ 300 ਤੇ 300 600 8 ਤੇ 2 10 10 ਤੇ हाँ जी आ चक्को फिर आंसर आ गया। समझ आ गई 1 तो लैके 366 तक जे पेज लिखने आ तो किन्ने डिजिट बन गए समझ आ गया। नैक्सट चलिए अगे आ जाओ फिर 20वें सवाल ते पढ़ो। कहता एक 3199 डिजिट वरते गए आ दसो किन्ने पेजा तक लिखा गया होगा। उल्टा हो गया सवाल कि 3199 डिजिट वरते गए आ। चलो कोई चक्कर नहीं पहुंचते आपां 1 तो लैके 10 तक किन्ने डिजिट वरते जाते हैं 11 और ठीक आ 11 तो लैके 100 तक किन्ने डिजिट वरते जाते हैं 181। हुण 101 तो लैके सीधा हिसाब लाओ हुण 101 तो लैके आपां हिसाब लाइए 900 तक पेज किन्ने आ भला सारे पेज 1000 तो उपर ही आ। पहला एक बारी 900 तक तो चलीए 900 तक। वैसे एक गल दसो सीधा 1000 तक ही चलो यार कानू चक्कर आज पैना 101 तो लैके 1000 तक किन्ने नंबर आए 900 नंबर आ और 900 नंबर आ ते हर एक च किन्ने पेजां दी लोड़ पै रही है 3 किन्ने अंकां दी लोड़ पै रही है 3 ते 900 वास्ते किन्ने दी लोड़ पऊगी 2700 900 2700 पर 1000 दे विच 3 नहीं किन्ने अंक वरते गए भला 4। ਇਹਦਾ मतलब कल्ले 1000 ਨੂੰ ਅੱਡ ਕੱਢਤਾ ਤੇ 1000 ਦਾ ਇੱਕ ਹੋਰ ਜੋੜਤਾ 2701 ਓਏ ਹੋਏ ਕਿ ਨਹੀਂ यार 101 तो लैके 1000 तक सारे 3 अंकां वाले नंबर ही हुंदे आ सिर्फ 1000 ਨੂੰ ਛੱਡ ਕੇ। ਪਹਿਲਾਂ 1000 ਨੂੰ ਵੀ 3 अंकां ਲਈ ਮੰਨ ਲਓ ਇਹ ਬਣ ਗਏ 900 ਨੰਬਰ हर एक 3 अंकां ਦੀ ਲੋੜ ਤੇ 900 ਨੰਬਰ ਲਿਖਣ ਨੂੰ 2700 अंकां ਦੀ ਲੋੜ। पर 1000 ਵਾਲਾ 4 डिजिट ਹੁੰਦਾ ਹੈ 4 अंकां ਦੀ ਸੰਖਿਆ ਹੁੰਦੀ ਹੈ ਇੱਕ ਅੰਕ ਹੋਰ ਜੋੜ ਲਿਆ 2701 ਹੋ ਗਏ। ਇੱਥੋਂ ਤੱਕ ਆਪਾਂ ਪਹੁੰਚ ਗਏ। ਜੇ 1000 ਪੇਜਾਂ ਦੀ ਕਿਤਾਬ ਹੁੰਦੀ ਤਾਂ 2700 ਤੇ 180 ਕਿੰਨਾ ਹੁੰਦਾ ਭਲਾ 2700 ਤੇ 180 ਕਿੰਨਾ ਹੋ ਗਿਆ 2700 ਤੇ 180 कितना हो गया मतलब तुहानू लगता है कि 3199 हो जाऊगा आंसर नहीं हुंदा। ਇਹਦਾ मतलब 1000 अंकां वाली दा तां काम फेल हो गया। हुण 1074 ते शक पै रहा है। हुण 1001 तो लैके 1074 ये किन्ने अंकां वाले नंबर आ 4 अंकां वाले वो किन्ने वाले आ भला 4 अंकां वाले आ ते किन्ने नंबर आ भला 74 74 चौके कितना होंदा 4 चौके 16 7 चौके 296 देखियो बनी गल बन गई गल आ देखो पूरे उन्ने पेज आ गए पर किन्ने 1074 इसका आंसर समझ आ गई गल वो समझ आ रही है। अर्थमैटिक रीजनिंग कुछ भी नहीं गा मतलब चलती चलती तो पता नहीं लगता कि केड़ा टेंशन फड़ ले ठीक है जी। नैक्सट चलिए आप अगे चलिए आ जाओ आ अगे आ गया उम्र वाला सवाल ठीक है जी। नैक्सट अगे आ गया क्योंकि अर्थमैटिक रीजनिंग करते करते ना मैं तेन एक गल की गारंटी दे देना मैथ के सारे चैप्टर थोड़े थोड़े शो देंगे। हुण माड़ी माड़ी रेशो आ गई माड़ा माड़ा एज भी आ जाना है जिहड़ा अपना उम्र वाला चैप्टर हुंदा पर एक गल आ मज़ा तां ही आ क्लीयर भी तां ही होगी गल
ठीक है जी। करो सवाल। सवाल ये आ कि एक पिता अपने वड्डे बेटे तो दुगना वड्डा, एक पिता की उम्र अपने बेटे तो दुगनी है, वड्डे बेटे तो दुगनी है। 10 साल बाद पिता अपने छोटे बेटे तो 3 गुना हो जाएगा। पिता अपने छोटे बेटे तो 3 गुना हो जाएगा। दोवां बेटियां की उम्र का फर्क 15 साल का है। पिता की उम्र दसो। बड़ा सिंपल जा। एक गल होर, ओए ये तो बहाना ही आ कि ये सवाल एज का है, एज ऊज का सवाल नहीं हैगा। जे तुहानूं मैं सही दसां तां ये सवाल बिल्कुल भी किसी तरीके नाल एज का नहीं गा। ये रेशो का सवाल आ। 3 खिडारी आ, 3 प्लेयर आ, एक पिता जी, एक वड्डा बच्चा, वड्डे बच्चे नूं आपां की कहांगे, यंगर के एल्डर, एल्डर, ठीक आ, एक यंगर, 3 खिडारी आ, 3 जने आ। पिता की एज नूं मन्नो X, छोटे बेटे वड्डे बेटे की एज नूं मन्नो Y, ते छोटे बेटे की एज नूं मन्नो Z। सवाल कड्डो। पहलां ये दसो अज पिता की एज कितनी है? वड्डे बेटे तो की है ट्वाइस। पिता ते वड्डे बेटे की अज की उम्र वड्डे बेटे तो ट्वाइस आ। की लिखोगे इक्वेशन, की बनूगा? ओए कौन केदे की है? ओए केदी उम्र दुगनी आ? फादर दी। X बराबर है 2Y के Y बराबर है 2X? Y बराबर है 2X के X बराबर है। ओए उम्र केदी दुगनी है? पिता दी। जे पिता दी X दुगनी आ ते ओदे नाल 2 होर गुणा कर दोगे, ओदा काम खराब हो जाऊगा। जवाक दी उम्र, वड्डे जवाक दी उम्र Y आ, ओदी उम्र नूं 2 नाल गुणा करो, हुण ओदी उम्र दुगनी होगी ते हुण ओ किहदे बराबर होगी भला? पिता जी दे बराबर होगी। आ समझ आई कि जेदी उम्र पहले ही दुगनी आ, ओदे नाल ना 2 गुणा कर लग पिया करो। पिता की उम्र बच्चे नालों दुगनी आ, बच्चे की उम्र नूं 2 नाल गुणा करके पिता दे बराबर लिखो। समझ आई गल? पहली इक्वेशन। दूजी कहानी अज दी है कि अज तो कुछ साल पहलां दी है कि बाद दी है? बाद दी। किन्ने साल बाद दी है? 10 साल बाद। 10 साल बाद फादर साहब आ हो जाणगे। ओ समझ आई? ते वड्डे बेटे नाल रिलेशन है कि छोटे बेटे नाल? छोटे नाल। ते छोटा बेटा अज तो 10 साल बाद की हो जाऊगा? छोटा बेटा भी अज तो 10 साल बाद आ हो जाऊगा। हुण इन्हां दोवां दी उम्र की संबंध आ 10 साल बाद वाली च? दसो की संबंध आ? अज तो 10 साल बाद आ दोवां दी उम्र आ। कहंदा अज तो 10 साल बाद पिता जी की उम्र हो जाएगी कितनी भला? किन्ने गुणा हो जाऊगी? 3 गुणा। ओनू 3 नाल गुणा करिए कि इनू करिए 3 नाल गुणा? इधर वाली नूं, क्योंकि बेटे की उम्र नूं 3 नाल गुणा करो। आ चक्को जी। आ गल समझ आई? क्लीयर है गल? ਇਹਦਾ मतलब अज तो 10 साल बाद, पहला तो पिता बेटे उन्होंने 10 साल अगे लैके जाओ, अज तो 10 साल बाद आ कहानी होगी। ठीक है गल? एक आ इक्वेशन बन गई अपने को। एक तो बन गई X बराबर है 2Y, एक इक्वेशन बन गई अपने को X प्लस Z बराबर है 3Z प्लस Y। दूजी कहानी दसो की है? एक होर गल भी लिखी हुई उन्होंने, एक लाइन होर लिखी सीगी। वो लाइन की है भला? उस लाइन लैके आओ, इत्थों आ जाओ। वो लाइन कहती है जेकर दोहां पुत्रां दी उम्र का अंत 15 साल है, अंतर 15 साल है, दोवां पुत्रां दी उम्र का अंतर 15 साल है, ਇਹਦਾ मतलब की है? एक बच्चे की उम्र कितनी है? वो एक की उम्र कितनी है? Y। एक की कितनी है? Z। ਜਿਹੜਾ दोवां दी उम्र का अंतर आ वो अज दिता है कि 5 साल बाद दिता है कि 10 साल बाद दिता है कि 25 साल पहला दिता है? कुछ लिखिया सीगा कि 5 साल बाद उन्हां दी उम्र का अंतर इन्ना रह जाएगा। ठीक है? वैसे भी एक गल होर, जे 2 भैन भरावां दी उम्र च 1 साल का फर्क आ, गौर नाल दस्सिओ 5 साल बाद उन्हां दी उम्र च फर्क कितना होऊगा? 1 साल ही रहूगा। 5 साल बाद ये तो नहीं कहूगा जवाक कि हुण मैं तो वड्डा हो गया। कोई ओबवियस जी गल है। 5 साल बाद भी उन्हां दी उम्र का अंतर 1 साल ही रहूगा। जे वड्डा मुंडा Y आ ते छोटा मुंडा Z आ, इन्हां दोवां दी उम्र का अंतर, ओए वड्डे चो छोटा सबट्रैक्ट करांगे कि छोटे चो वड्डा सबट्रैक्ट करांगे? वड्डे चो छोटा। दोवां दी उम्र का अंतर कितना है भला? 1 साल। हुण एक गल दसो, पहला तो तुसी इस गल नूं लैके श्योर हो जाओ कि की आ 3 चीज़ां तुहानूं दित्तियां है, तुसी अपने आप बना सकते सीगे, बनाउणियां पैणियां है। एक पिता है कि उन्होंने सवाल बनाउण च कोई वो नहीं किया, सौखा काम नहीं करिया उन्होंने। अज तक तुसी बहुत घट उम्र के सवाल भी देखे होने आ जिहदे च 3 जाणिਆਂ का रौला होवे। ज़्यादातर पता की हुंदा है कि प्यो 5 साल बाद मुंडे तो 3 गुणा है, 2 साल पहला मुंडे तो इन्ने गुणा सी।
ठीक है। अज तक सवाल पता किवें बनते आ रहे हैं, वो मैं साइड ते बना के दिखाना कि एक पिता है, पिता नूं एक्स मन्निया, मुंडे नूं वाई मन्निया। 2 साल पहला पिता पुत्र तो 3 गुणा वड्डा सी। 2 साल पहला पिता आ सी, मुंडा 2 साल पहला आ सी, पिता पुत्र तो दुगना वड्डा सी। 3 साल बाद पिता पुत्र तो 3 गुणा वड्डा सी। 3 साल बाद या 4 साल बाद पिता पुत्र तो दुगना वड्डा हो जाएगा। 3 साल बाद ये भी ते 3 साल बाद ये भी पिता पुत्र तो दुगना वड्डा हो जाएगा। एक इक्वेशन इत्थों बनूगी, एक इक्वेशन इत्थों बनूगी ते तुसीं उहदा हल कढ दोगे, सॉल्व कर दोगे। अज तक तो यही कुछ हुंदा रहा सीगा ते आपां जदों एज वाला चैप्टर करांगे तुसीं आप हैरान होवोगे कि एक सवाल करके जे साडे कंसैप्ट क्लीयर आ यार, एक सवाल नाल एक सवाल नहीं, साडा सारा एज वाला चैप्टर ही सॉल्व हो गया। जिन्नू इक्वेशनां बनाउणियां आ गईयां ना, ਇਹ ਗੱਲ पल्ले बन लिओ, जिन्नू इक्वेशनां बनाउणियां आ गईयां ਉਹਦੇ ਲਈ एज, प्रॉफिट लॉस, परसेंटेज, सिंपल इंटरस्ट, कंपाउंड इंटरस्ट सारे चैप्टर इक्को ही चैप्टर हुंदे आ बस, क्योंकि इक्वेशन बनी नहीं, सवाल हल होया नहीं। ਤਾਂ ਹੀ ਤਾਂ ਕਹਿੰਦੇ ਆ ਕਿ ਜਿਨ੍ਹਾਂ ਦਾ ਮੈਥ ਸਟਰੋਂਗ ਹੋ ਜੇ ਜਾਂ ਜਿੰਨੂੰ ਇੱਕ ਵਾਰੀ ਮੈਥ 'ਚ ਇਕੁਏਸ਼ਨਾਂ ਬਣਾਉਣੀਆਂ ਆ ਜਾਣ, ਉਹ ਫਿਰ ਪੇਪਰ 'ਚ ਜਿੰਨਾ ਮਰਜ਼ੀ ਔਖਾ ਸਵਾਲ ਆ ਕਰਕੇ ਆਉਂਦਾ ਹੈ। ਉਹਦੀ ਵਜ੍ਹਾ ਪਤਾ ਲੱਗ ਗਈ ਨਾ ਕਿਉਂ? ਉਹਦੀ ਅਸਲੀ ਵਜ੍ਹਾ ਇਹੀ ਆ ਕਿਉਂਕਿ ਇਕੁਏਸ਼ਨ ਬਣਾ ਲੈਂਦੇ ਆ, ਸਵਾਲ ਹੱਲ ਕਰ ਲੈਂਦੇ ਆ, ਕੋਈ ਸ਼ਾਰਟਕਟ ਨਹੀਂ, ਕੋਈ ਕੁਛ ਨਹੀਂ। ਆ ਗੱਲ ਸਮਝ ਆ ਗਈ? ਹੁਣ ਤੁਹਾਡੇ ਚੋਂ ਮੈਂ ਕਿਸੇ ਨੂੰ ਕਹਿ ਦਾਂ ਕਿ ਇਹ ਸਵਾਲ ਸੋਲਵ ਕਰੋ, ਵਿੱਚੋਂ ਕਈਆਂ ਨੇ ਪਤਾ ਕੀ ਕਹਿਣਗੇ, ਅਜੀ ਏਜ ਵਾਲੇ ਫਾਰਮੂਲੇ ਨਹੀਂ ਯਾਦ, ਫਾਰਮੂਲੇ 'ਚ ਕੀ ਕਰੋਗੇ? मेरी गल समझ गए ना? हुण दसो किन्ने समीकरण है? 1 2 3 ते आपां किन्ने अनजान नंबर हल करने हैं, किन्ने अननोन सॉल्व करने हैं? 3 किहड़े किहड़े भला ते Z होणगे पक्का। x की वैल्यू किन्नी है? 2y। x की वैल्यू 2y इत्थे पुट कर दो चुप करके। 2y जमा Z 10 बराबर है 3Z जमा 30। समझ आई कि नहीं? आ दसो जी, समझ आया यार? 2y प्लस 10 बराबर है 3z प्लस 30। 3 नूं अंदर गुणा करता, चुप करके वो z इधर लेके आओ। 2y माइनस 3z बराबर है, आ 10 उधर गया, 30 माइनस 10 कितना होंदा है? 20। कोई नहीं कह सकता कि मेरे को कोई बहाना ये बई आ दसो। मैं हुणे एक इक्वेशन बनाई है y माइनस z बराबर है 1। मैं इत्थे लाइन मार रहा, सुनो मेरी गल। मेरे को एक इक्वेशन होवे कि जी y माइनस z 1 आ, मेरे को दूजी इक्वेशन कि 2y माइनस 3z कितना है मेरे को भला? 20 आ। मैं इस इक्वेशन तो सवाल का हल कढ़ना है। इज इट पॉसीबल कि मैं इस इक्वेशन तो सवाल का हल कढ़ लूँगा? कढ़ के देखते हैं। बस ये दसो कि x बराबर दोवें पासे y बराबर करिए कि z बराबर करिए? जो मर्जी कर लो, तुसी दसो। Z कर लीए, Z बराबर कर ली। आ 3 आ 1 आ, किन्ने नाल गुणा करांगे? इधरले नूं किन्ना गुणा कर लांगे? 3 नाल। कहानी खत्म, ओनू करनी गुणा लोड़ ही नहीं। 3y माइनस 3z बराबर है 3। आही आ, इत्थे आ जाओ। ये किवें हो सकता? अपने आंसर नैगेटिव किवें आ गया? एक मिनट अज तो 10 साल बाद पिता छोटे मुंडे तो कि वड्डे मुंडे तो सीगा? आ जाओ आप इदा करते हैं, बोर्ड के उत्थे ही सवाल नेड़े सॉल्व कर लेंगे। ठीक है जी। द एज ऑफ फादर इज ट्वाइस दैट ऑफ एल्डर एज। एल्डर आ रहा फादर, इत्थे सॉल्व कर देना मैं। फादर की उम्र x, एल्डर वड्डे बच्चे की उम्र कितनी है? y ते यंगर। हाँ जी, प्यो ते पुत दी दोवां बच्चियां दी इफ दी डिफरेंस बिटवीन एज ऑफ 2 सन्स इज 15। सॉरी, बस फिर ठीक है। मैनूं लगदा कि किते आपां गड़बड़ क्यों कर गए। आपां गलती ये कर गए कि 2 जाणियां दी उम्र दा अंतर, 2 जाणियां दी उम्र दा अंतर किन्ना सीगा? 15 सीगा। इत्थे किन्ना सीगा? 15 सीगा। 3 नाल गुणा किया 3y माइनस हाँ जी 3 नाल गुणा किया, इत्थे किन्ना आऊगा भला? 3y माइनस 3z बराबर है 15 तीए 45। और समझ आ गई सारिਆਂ ਨੂੰ?
उस इक्वेशन ਨੂੰ ਗੁਣਾ ਕਰਨ ਦੀ ਲੋੜ ਸੀ ਬਸ ਆਪਾਂ ਗਲਤੀ ਨਾਲ 1 ਲਿਖ ਲਿਆ ਤੇ 15 ਲਿਖਣਾ ਸੀ 2y - 3z ਬਰਾਬਰ ਹੈ 20 ਆ ਦੱਸੋ ਜੀ ਉਹ ਠੀਕ ਹੈ ਆਪਾਂ y ਬਰਾਬਰ ਕੀਤਾ ਕਿ z ਦੇ ਅੱਗੇ ਸਾਈਨ ਸੇਮ ਆ ਕਿ ਅੱਡ ਆ ਸੇਮ ਆ ਜਦੋਂ ਸੇਮ ਸਾਈਨ ਹੋਣ ਫਿਰ ਐਡ ਕਰੀਦੇ ਕਿ ਸਬਟ੍ਰੈਕਟ ਜਦੋਂ ਸੇਮ ਸਾਈਨ ਹੋਣ ਤਾਂ ਸਬਟ੍ਰੈਕਟ ਕਰੀਦੇ ਆ ਅੱਡ ਸਾਈਨ ਹੋਣ ਤਾਂ ਐਡ ਕਰੀਦੇ ਆ ਸਬਟ੍ਰੈਕਟ ਕਰਨ ਦਾ ਮਤਲਬ ਇਹ ਆ ਕਿ ਇੱਥੇ ਸਾਈਨ ਮਾਈਨਸ ਦਾ ਸਬਟ੍ਰੈਕਟ ਕਰਨਾ ਮਤਲਬ ਕਿਉਂਕਿ ਇੱਥੇ ਸਾਈਨ ਕਿਹਦਾ ਸੀ ਵੈਸੇ ਪਲੱਸ ਦਾ ਉਹ ਕਿੱਥੇ ਹੋ ਗਿਆ ਮਾਈਨਸ ਦਾ ਆਹ ਸਾਈਨ ਮਾਈਨਸ ਦਾ ਤੇ ਆ ਕਿਹਦਾ ਹੋ ਜਾਊਗਾ ਪਲੱਸ ਦਾ ਇਹ ਸਾਈਨ ਪਲੱਸ ਦਾ ਇਹ ਕਿਹਦਾ ਹੋ ਜਾਊਗਾ ਮਾਈਨਸ ਦਾ 3y - 2y ਕਿੰਨਾ ਆ ਗਿਆ ਭਲਾ y ਮਾਈਨਸ ਦਾ 3z ਪਲੱਸ ਦਾ 3z ਕੱਟੇ ਗਏ ਤੇ 45 - 20 ਕਿੰਨਾ ਆ ਗਿਆ ਭਲਾ 45 - 20 ਕਿੰਨਾ ਆ ਗਿਆ 25 ਉਹ 45 - 20 ਕਿੰਨਾ ਆ ਗਿਆ 25 ਹੁਣ ਇਹ ਦੱਸੋ 25 ਚੋਂ ਕਿੰਨਾ ਘਟਾਈਏ ਕਿ 15 ਆ ਜੇ ਪਲੀਜ਼ ਆ ਦੱਸੋ 25 ਚੋਂ ਕਿੰਨਾ ਘਟਾਈਏ ਕਿ 15 ਆ ਜੇ 10 ਇਹਦਾ ਮਤਲਬ ਸਿੱਧਾ z ਕਿੰਨਾ ਆ ਗਿਆ 10 ਆ ਜਾਓ ਹੁਣ ਇੱਧਰ ਹੁਣ ਥੋੜਾ ਜਿਹਾ ਇੱਧਰ ਆ ਜਾਓ x y ਤੋਂ ਦੁੱਗਣਾ ਹੈ x y ਤੋਂ ਕਿੰਨਾ ਹੈ ਦੁੱਗਣਾ ਹੈ ਜੇ x y ਤੋਂ ਦੁੱਗਣਾ ਹੈ ਤੇ y ਜੇ 25 ਹੈ ਤੇ x ਕਿੰਨਾ ਆਊਗਾ 50 ਆ ਗਈ ਸਾਰਿਆਂ ਦੀ ਉਮਰ ਇਹ ਸਭ ਦੀ ਅੱਜ ਦੀ ਉਮਰ ਆ ਗਈ y ਵੱਡੇ ਮੁੰਡੇ ਦੀ ਉਮਰ ਸੀ z ਛੋਟੇ ਮੁੰਡੇ ਦੀ ਉਮਰ ਸੀ ਤੇ x ਪਿਓ ਦੀ ਉਮਰ ਸੀ ਆ ਦੱਸੋ ਜੀ ਕਹਾਣੀ ਕਲੀਅਰ ਇਟ ਮੀਨਸ ਕਿਵੇਂ ਅਸੀਂ ਇਹਨਾਂ ਸਵਾਲਾਂ ਨੂੰ ਹੱਲ ਕਰਨਾ ਹੈ ਠੀਕ ਆ ਕਿਵੇਂ ਅਸੀਂ ਇਹਨਾਂ ਸਵਾਲਾਂ ਦਾ ਹੱਲ ਕਰਨਾ ਹੈ ਕਿਵੇਂ ਅਸੀਂ ਇਹ ਸਮੀਕਰਨ ਇਕੁਏਸ਼ਨਸ ਬਣਾਉਣੀਆਂ ਹੈ ਠੀਕ ਆ ਸੋ ਇਹ ਆਪਣਾ ਸੀਗਾ ਅੱਗੇ ਠੀਕ ਆ ਸਵਾਲ ਇੱਥੋਂ ਆਪਾਂ ਕੱਲ ਵਾਲੇ ਟੌਪਿਕ ਤੇ ਸਵਾਲ ਸ਼ੁਰੂ ਕਰਨੇ ਆ ਕਿ ਇੱਕ ਕੋਈ ਕਿਸਾਨ ਸੀਗਾ ਠੀਕ ਆ ਉਹਨੇ ਆਪਣੇ ਵਰਗਾਕਾਰ ਪਲਾਟ ਯਾਨੀ ਕਿ ਸਕੁਅਰ ਪਲਾਟ ਦੇ ਆਲੇ ਦੁਆਲੇ ਚਲੋ ਕਰ ਹੀ ਲੈਂਦੇ ਆ ਨਵੇੜ ਦੋ ਇੱਕ ਪਾਸੇ 27 ਖੰਭੇ ਲਾਏ ਕਿੰਨੇ ਖੰਭੇ ਲਾਏ 27 ਦੱਸੋ ਕੁੱਲ ਕਿੰਨੇ ਖੰਭਿਆਂ ਦੀ ਵਰਤੋਂ ਕੀਤੀ ਇੱਕ ਪਾਸੇ 27 ਖੰਭੇ ਮਤਲਬ ਸਾਰੇ ਪਾਸੇ ਸਕੁਅਰ ਆ ਬਰਾਬਰ ਆ ਦੱਸੋ ਕੁੱਲ ਕਿੰਨੇ ਖੰਭੇ ਲੱਗੇ ਕਿੰਨੇ ਦੇਖੋ ਨਾ ਮੰਨ ਲਓ ਕਿਸੇ ਕਿਸਾਨ ਨੇ ਆਪਣੇ ਖੇਤ ਦੇ ਆਲੇ ਦੁਆਲੇ ਬਿਲਕੁਲ ਸਕੁਅਰ ਖੇਤ ਆ ਇੱਕ ਸਾਈਡ ਤੇ 4 ਖੰਭੇ ਲਾਉਣੇ ਆ ਕਿੰਨੇ ਖੰਭੇ ਲਾਉਣੇ ਆ 4 1 2 3 4 1 2 3 ਤੇ 4 ਇੱਧਰ ਵੀ 4 ਹੀ ਲੱਗਣਗੇ ਇੱਧਰ ਵੀ 4 ਹੀ ਲੱਗਣਗੇ ਪੈ ਗਿਆ ਚੱਕਰ ਇਹਦਾ ਮਤਲਬ ਇੱਧਰ ਤਾਂ 27 ਲੱਗਣਗੇ ਮੰਨ ਲਓ ਆ 27 ਖੰਭੇ ਆ ਇੱਧਰ ਵੀ ਕਿੰਨੇ ਲੱਗੇ 27 ਲੱਗੇ ਇੱਧਰ ਵੀ 27 ਇੱਧਰ ਵੀ 27 ਬਸ ਇਹ ਦੱਸ ਦਿਓ ਇੱਧਰ ਕਿੰਨੇ ਲੱਗਣਗੇ ਕਿੰਨੇ 25 ਇੱਧਰ ਵੀ ਕਿੰਨੇ ਲੱਗਣਗੇ 25 ਮਰੂਗਾ ਕੌਣ ਜਿਹੜਾ ਸਿੱਧਾ 27 ਨੂੰ 4 ਨਾਲ ਗੁਣਾ ਕਰੂਗਾ ਠੀਕ ਆ ਉਹ ਨਹੀਂ ਸਮਝ ਆਈ ਚੀਜ਼ 25 ਲੱਗਣਗੇ ਕਿ 26 ਲੱਗਣਗੇ ਇੱਧਰ 25 ਲੱਗਣਗੇ ਕਿਉਂਕਿ 27 ਤੇ ਸਮਝ ਆ ਗਈ ਗੱਲ ਇਟ ਮੀਨਸ ਖੰਭੇ ਲੱਗੇ 27 ਜਮਾ 27 ਕਿੰਨੇ ਹੋ ਗਏ ਭਲਾ 54 ਤੇ 25 ਜਮਾ 25 ਕਿੰਨੇ ਹੋ ਗਏ ਭਲਾ 50 ਤੇ 54 ਤੇ 50 ਕਿੰਨੇ ਹੋ ਗਏ ਭਲਾ 104 ਆ ਦੱਸੋ ਜੀ ਸਮਝ ਆ ਗਈ ਗੱਲ ਉਮੀਦ ਕਰਦਾ ਕਿ ਕਨਸੈਪਟ ਕਲੀਅਰ ਹੋ ਗਿਆ ਪਤਾ ਲੱਗ ਗਿਆ ਸੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ PDF ਹੋਊਗੀ ਠੀਕ ਆ ਹੋਊਗਾ ਕੱਲ ਆਪਣਾ ਸਵਾਲ ਪਹਿਲਾ ਠੀਕ ਆ ਤੇ ਤੁਸੀਂ ਕਰਕੇ ਆਇਓ ਜਰੂਰ ਤੇ ਪੂਰੀ ਦੀ ਪੂਰੀ ਸੀਰੀਜ਼ ਨੂੰ ਅਸੀਂ YouTube ਤੇ ਕਰਾਂਗੇ ਪੂਰੇ ਦਾ ਪੂਰੇ ਸ਼ਾਇਦ ਕੁੱਲ ਮਿਲਾ ਕੇ 115 ਤੋਂ 120 ਸਵਾਲ ਆ ਠੀਕ ਆ ਸੋ ਤੁਸੀਂ ਪਲੀਜ਼ ਇਹਨੂੰ ਕਰੋ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਮਿਲਦੇ ਆ ਜੀ